1964 ਦੇ ਵਿੱਚ 1 ਲੱਖ ਟਨ ਕਣਕ PL 484 ਜਿਹੜਾ ਉਹਨਾਂ ਦਾ ਲਾਅ ਸੀਗਾ ਉਹਦੇ ਤਹਿਤ ਉਹ ਅਮਰੀਕਾ ਤੋਂ ਇੱਥੇ ਆਉਂਦੀ ਸੀਗੀ ਕਣਕ। ਪੰਜਾਬ ਹੁਣ ਉਸ ਤੋਂ ਥੋੜ੍ਹੀ ਜਿਹੀ ਜ਼ਿਆਦਾ ਇੰਡੀਆ ਨੂੰ ਦਿੰਦਾ। ਪੰਜਾਬ 1.25 ਲੱਖ ਟਨ ਕਣਕ ਹਰੇਕ ਸਾਲ ਔਸਤਨ ਦਿੰਦਾ। ਯਾਨੀ ਕਿ ਜਿੰਨੀ ਕੁ ਪੰਜਾਬ ਤੋਂ ਹੁਣ ਇੰਡੀਆ ਲੈਂਦਾ ਉਨੀ ਕਿਸੇ ਵਕਤ ਅਮਰੀਕਾ ਤੋਂ ਆਉਂਦੀ ਸੀਗੀ। ਕਿ ਉਸ ਵਕਤ ਇਹ ਗ੍ਰੀਨ ਰੈਵੋਲਿਊਸ਼ਨ ਕਿਉਂ ਆਇਆ ਅਤੇ ਪੰਜਾਬ ਕਿਉਂ ਚੁਣਿਆ ਗਿਆ। ਜੇ ਆਪਾਂ ਉਹ ਨੁਕਤਾ ਸਮਝ ਲਾਂਗੇ ਤਾਂ ਉਹ ਨੁਕਤਾ ਸਮਝਣ ਤੋਂ ਬਾਅਦ ਇਹ ਸਮੱਸਿਆ ਕਿਉਂ ਨਹੀਂ ਹੱਲ ਹੋ ਰਹੀ ਤਾਂ ਸ਼ਾਇਦ ਉਹ ਵੀ ਆਪਾਂ ਸਮਝ ਲਈਏ। ਹਿਸਟੋਰੀਕਲੀ ਉਸ ਪਿਛਲੇ 300 ਸਾਲ ਤੋਂ ਜਦੋਂ ਤੋਂ ਇੱਥੇ ਗੁਰੂ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ, ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਅਣਥੱਕ ਇੱਥੇ ਸੰਘਰਸ਼ ਕੀਤਾ ਅਤੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਹਕੂਮਤਾਂ ਸੀਗੀਆਂ, ਚਾਹੇ ਉਹ ਅਫਗਾਨਾਂ ਦੀਆਂ ਸੀਗੀਆਂ, ਚਾਹੇ ਉਹ ਮੁਗਲਾਂ ਦੀਆਂ ਸੀਗੀਆਂ, ਚਾਹੇ ਉਹ ਬ੍ਰਿਟਿਸ਼ ਸੀਗੇ, ਉਹ ਇੱਥੋਂ ਚਲਦੀਆਂ ਕੀਤੀਆਂ ਸੀਗੀਆਂ। ਉਹਨਾਂ ਨੂੰ ਪਤਾ ਸੀਗਾ ਕਿ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਰੈਵੋਲਿਊਸ਼ਨ ਦੇ ਲਈ ਸਭ ਤੋਂ ਫਰਟਾਈਲ ਲੈਂਡ ਹੈ ਜਿਹੜੀ ਉਹ ਪੰਜਾਬ ਹੈ। ਤੋ ਜੇ ਪੰਜਾਬ ਨੂੰ ਰੋਕਣਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਪਦਾਰਥਵਾਦ ਵਾਲੇ ਪਾਸੇ ਲਾਉਣਾ ਹੈ। ਤੋ ਇਸ ਕਰਕੇ ਅਮਰੀਕਾ ਦਾ ਇਹ ਇੰਟਰਸਟ ਸੀਗਾ ਪੰਜਾਬ 'ਚ ਗ੍ਰੀਨ ਰੈਵੋਲਿਊਸ਼ਨ ਸ਼ੁਰੂ ਕਰਨ ਦਾ। ਜਦੋਂ MSP ਤੁਹਾਡਾ ਸੁਪਨਾ ਤੁਹਾਨੂੰ ਬੜਾ ਬਣਾਤਾ ਕਿ ਤੁਹਾਡਾ ਜਿਹੜਾ ਲੈਵਲ ਹੈ ਉਹ ਯੂਰਪੀਅਨ ਲੈਵਲ ਦੀ ਤੁਹਾਡੀ ਲਾਈਫ ਸਟਾਈਲ ਹੋ ਜਾਣੀ ਆ, ਬਟ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਜੋ ਜ਼ਰੂਰੀ ਚੀਜ਼ਾਂ ਸੀਗੀਆਂ, ਜੋ ਲਾਹੇਵੰਦ ਰੇਟ ਸੀਗੇ, ਉਹ ਨਹੀਂ ਦਿੱਤੇ। ਸੁਪਨਾ ਵੱਡਾ ਦੇ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਕਿਸਾਨੀ ਦੇ ਮਸਲੇ ਦੇ ਵਿੱਚ ਜਿੰਨੀਆਂ ਸ਼ਖਸੀਅਤਾਂ ਇਕੱਤਰ ਹੋਈਆਂ, ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਕਿ ਜਦੋਂ ਮੋਰਚੇ ਲੰਬੇ ਹੁੰਦੇ ਨੇ ਅਤੇ ਬਹੁਤ ਸਾਰੇ ਜਿਹੜੇ ਮਨੁੱਖ ਨੇ ਉਹਨਾਂ ਦੇ ਦਮ ਫੁੱਲਣ ਲੱਗ ਜਾਂਦੇ ਹੈ ਨਾ। ਤੋ ਅਜੇ ਇਸ ਮੋਰਚੇ ਦੇ ਪ੍ਰਤੀ 2 ਹਫ਼ਤੇ ਦੇ ਵਿੱਚ ਉਤਸ਼ਾਹ ਇੱਥੇ ਹਾਜ਼ਰ ਸਰੀਰਾਂ ਦਾ ਵੀ ਅਤੇ ਜਿਹੜੇ ਇੰਟਰਨੈੱਟ ਦੇ ਮਾਧਿਅਮ ਦੇ ਨਾਲ ਸਾਰੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਪੰਥ ਦੇ ਦਰਦੀ ਜੁੜੇ ਹੋਏ, ਉਹਨਾਂ ਦਾ ਉਤਸ਼ਾਹ ਵੀ ਵੱਧ ਰਿਹਾ, ਜਿਹੜਾ ਇੱਕ ਸ਼ੁਭ ਸ਼ਗਨ ਹੈ। ਅਤੇ ਇਸ ਸਟੇਜ ਤੋਂ ਬਹੁਤ ਸਾਰੇ ਵਿਚਾਰ ਕਿਸ ਤਰੀਕੇ ਦੇ ਨਾਲ ਇਹ ਮਸਲਾ ਸਾਡੇ ਪੇਸ਼ ਆਇਆ ਹੈ, ਇਸ ਮਸਲੇ ਦੀ ਜੜ੍ਹ ਕਿੱਥੇ ਆ, ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਹੋਏ, ਉਹਦੇ ਬਾਰੇ ਬੜੀਆਂ ਭਾਵਪੂਰਤ ਵਿਚਾਰਾਂ ਇੱਥੇ ਹੁੰਦੀਆਂ। ਅਤੇ ਉਹਦੇ ਹੀ ਪਰਥਾਏ 2-4 ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ। ਇਸ ਜਿਹੜਾ ਮਸਲਾ ਹੈ, ਇਸ ਮਸਲੇ ਦੀ ਸਭ ਤੋਂ ਪਹਿਲਾਂ ਜਿਹੜੀ ਜੜ੍ਹ ਹੈ, ਉਹਦੇ ਸੰਬੰਧ ਦੇ ਵਿੱਚ ਜਿੰਨੀ ਕੁ ਮੇਰੀ ਸੀਮਤ ਬੁੱਧੀ ਮਹਾਰਾਜ ਨੇ ਮੈਨੂੰ ਬਲ ਬੁੱਧ ਬਖਸ਼ੀ, ਉਹਦੇ ਸੰਬੰਧੀ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ। ਕਿਉਂਕਿ ਵੈਸੇ ਵੀ ਇੱਕ ਸਧਾਰਨ ਇਹ ਅਸੂਲ ਹੀ ਆ, ਤੁਸੀਂ ਕੋਈ ਵੀ ਰੋਗ ਦੂਰ ਕਰਨਾ ਹੋਏ ਤਾਂ ਪਹਿਲਾਂ ਉਸ ਜਿਹੜਾ ਰੋਗ ਹੈ ਉਹਦੀ ਜੜ੍ਹ ਲੱਭਣੀ ਪੈਂਦੀ। ਮਸਲਨ ਜੇ ਸਾਨੂੰ ਤਾਪ ਚੜ੍ਹ ਜਾਏ ਤਾਂ ਤਾਪ ਤਾਂ ਬਿਮਾਰੀ ਦਾ ਲੱਛਣ ਹੁੰਦਾ, ਉਹ ਆਪਣੇ ਆਪ 'ਚ ਬਿਮਾਰੀ ਨਹੀਂ ਹੈ। ਜਿਹੜਾ ਤਾਪ ਹੈ ਉਹ ਇਸ ਕਰਕੇ ਚੜ੍ਹਦਾ ਹੈ, ਜਾਂ ਤਾਂ ਅੰਦਰ ਕੋਈ ਬੈਕਟੀਰੀਆ ਨੇ ਜਿਨ੍ਹਾਂ ਨੂੰ ਮਾਰਨ ਲਈ ਸਰੀਰ ਆਪਣੇ ਆਪ ਨੂੰ ਗਰਮ ਕਰਦਾ ਹੈ, ਜਾਂ ਕੋਈ ਅੰਦਰ ਇਨਫੈਕਸ਼ਨ ਹੈ, ਉਸ ਇਨਫੈਕਸ਼ਨ ਦੇ ਕਰਕੇ ਸਾਡਾ ਤਾਪ ਵੱਧ ਜਾਂਦਾ ਹੈ। ਅਤੇ ਇਸ ਕਰਕੇ ਬਿਮਾਰੀ ਤਾਂ ਕੁਝ ਹੋਰ ਹੁੰਦੀ। ਤਾਂ ਉਹ ਬਿਮਾਰੀ ਜਿੰਨਾ ਟਾਈਮ ਤੱਕ ਵੈਦ ਜਾਂ ਡਾਕਟਰ ਲੱਭ ਨਹੀਂ ਲੈਂਦਾ, ਉਨਾ ਟਾਈਮ ਤੱਕ ਉਹਦਾ ਸਫਲ ਇਲਾਜ ਨਹੀਂ ਕਰ ਸਕਦਾ ਹੈ। ਤਾਂ ਉਸ ਬਿਮਾਰੀ ਦੇ ਪਰਥਾਏ ਇੱਥੇ ਪਹਿਲਾਂ ਵੀ ਵਿਚਾਰ ਹੋਇਆ ਅਤੇ ਉਹੀ ਵਿਚਾਰ ਮੈਂ ਦੁਬਾਰਾ ਇੱਕ ਵਾਰ ਜ਼ਰੂਰ ਦੁਹਰਾਉਣਾ ਚਾਹੁੰਦਾ। ਗੱਲ ਜਦੋਂ MSP ਦੀ ਹੁੰਦੀ ਆ, ਮਿਨੀਮਮ ਸਪੋਰਟ ਪ੍ਰਾਈਸ ਦੀ ਹੁੰਦੀ ਆ, ਉਦੋਂ ਆਪਾਂ ਥੋੜ੍ਹਾ ਜਿਹਾ ਗਹਿਰਾ ਚਲੇ ਜਾਂਦੇ ਹਾਂ ਤਾਂ ਖੇਤੀ ਦੇ ਲਾਹੇਵੰਦ ਮਾਡਲ ਦੀ ਹੁੰਦੀ ਆ। ਉਦੋਂ ਹੋਰ ਥੋੜ੍ਹਾ ਜਿਹਾ ਆਪਾਂ ਗਹਿਰਾ ਚਲੇ ਜਾਂਦੇ ਹਾਂ ਤਾਂ ਪੰਜਾਬ ਸਪੈਸੀਫਿਕ ਖੇਤੀ ਮਾਡਲ ਦੀ ਗੱਲ ਹੁੰਦੀ ਹੈ ਕਿ ਉਹ ਹੋਣਾ ਚਾਹੀਦਾ। ਬਟ ਮਸਲਾ ਇਹ ਆ ਕਿ ਇਹ ਐਸੀ ਗੱਲ ਨਹੀਂ ਹੈ ਵੀ ਮੁੱਲ ਮਿੱਥਣ ਦਾ
ਵਪਾਰ ਦਾ, ਮੰਡੀਕਰਨ ਦਾ, ਪਾਣੀ ਦੇ ਹੱਕਾਂ ਦੀ ਖੁਦਮੁਖਤਿਆਰੀ ਪੰਜਾਬ ਦੇ ਕੋਲ ਹੋਏ। ਇਹ ਨਹੀਂ ਹੈ ਕਿ ਇਹ ਇੰਨੀ ਅਕਲ ਸਾਨੂੰ ਹੀ ਆ ਇਕੱਲਿਆਂ ਨੂੰ, ਵੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਸਫਲ ਮਾਡਲ ਹੋ ਸਕਦਾ ਹੈ, ਪੰਜਾਬ ਦੀ ਮਿੱਟੀ ਕਿਸ ਤਰ੍ਹਾਂ ਦੀ, ਪੰਜਾਬ ਦਾ ਪਾਣੀ ਕਿਸ ਤਰ੍ਹਾਂ ਦਾ, ਇੱਥੋਂ ਦੇ ਲੋਕਾਂ ਦਾ ਸੱਭਿਆਚਾਰ ਕਿੱਦਾਂ ਦਾ, ਇੱਥੋਂ ਦੇ ਜਿਹੜੇ ਮਨੁੱਖ ਹੈ ਉਹ ਕਿੰਨੇ ਕੁ ਮਿਹਨਤ ਕਸ਼ ਹੈ। ਇਹ ਨਹੀਂ ਹੈ ਕਿ ਇਕੱਲਾ ਸਾਨੂੰ ਹੀ ਪਤਾ ਹੈ, ਉਹ ਸਾਰਿਆਂ ਨੂੰ ਹੀ ਪਤਾ ਹੈ। ਅਤੇ ਰੌਲਾ ਇਹ ਆ ਵੀ ਜੇ ਸਾਰੀਆਂ ਗੱਲਾਂ ਦਾ ਪਤਾ ਹੈ ਅਤੇ ਪੰਜਾਬ ਦੇ ਵਿੱਚ ਲਾਹੇਵੰਦ ਤਰੀਕੇ ਦੇ ਨਾਲ ਮੁੱਲ ਕਿਉਂ ਨਹੀਂ ਤੈਅ ਕੀਤੇ ਜਾਂਦੇ, ਜਾਂ ਪੰਜਾਬ ਦੇ ਵਿੱਚ ਪੰਜਾਬ ਸਪੈਸੀਫਿਕ, ਪੰਜਾਬ ਕੇਂਦਰਿਤ ਖੇਤੀ ਮਾਡਲ ਕਿਉਂ ਨਹੀਂ ਅੱਜ ਤੱਕ ਜਿਹੜਾ ਉਹ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਲਾਗੂ ਕਿਉਂ ਨਹੀਂ ਕੀਤਾ। ਮੈਂ ਉਹਦੇ ਉੱਤੇ ਆਉਣਾ ਚਾਹੁੰਦਾ ਵੀ ਉਹ ਹੋ ਕਿਉਂ ਨਹੀਂ ਰਿਹਾ ਹੈ। ਹੁਣ ਜਦੋਂ ਵੀ ਆਪਾਂ ਇਹ ਸਾਰੀ ਗੱਲ ਕਰਦੇ ਹਾਂ ਖੇਤੀ ਦੇ ਨਾਲ ਸੰਬੰਧਿਤ ਕਿਸੇ ਵੀ ਮਸਲੇ ਦੀ, ਉਹ ਆਪਾਂ ਗ੍ਰੀਨ ਰੈਵੋਲਿਊਸ਼ਨ ਤੋਂ ਸ਼ੁਰੂ ਕਰਦੇ ਹਾਂ, ਹਰੀ ਕ੍ਰਾਂਤੀ ਤੋਂ ਸ਼ੁਰੂ ਕਰਦੇ ਹਾਂ, ਜਿਹੜੀ ਆਪਾਂ 1966 ਤੋਂ ਸ਼ੁਰੂ ਹੋਈ ਮੰਨਦੇ ਹਾਂ। ਤਾਂ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ 60 ਦੇ ਵਿੱਚ, 1966 ਦੇ ਵਿੱਚ, ਜਾਂ 1966 ਤੋਂ ਵੀ ਥੋੜ੍ਹੇ ਕੁਛ ਸਾਲ ਪਿੱਛੇ, ਕਿ ਉਸ ਵਕਤ ਇਹ ਗ੍ਰੀਨ ਰੈਵੋਲਿਊਸ਼ਨ ਕਿਉਂ ਆਇਆ ਅਤੇ ਪੰਜਾਬ ਕਿਉਂ ਚੁਣਿਆ ਗਿਆ। ਜੇ ਆਪਾਂ ਉਹ ਨੁਕਤਾ ਸਮਝ ਲਾਂਗੇ ਤਾਂ ਉਹ ਨੁਕਤਾ ਸਮਝਣ ਤੋਂ ਬਾਅਦ ਇਹ ਸਮੱਸਿਆ ਕਿਉਂ ਨਹੀਂ ਹੱਲ ਹੋ ਰਹੀ ਤਾਂ ਸ਼ਾਇਦ ਉਹ ਵੀ ਆਪਾਂ ਸਮਝ ਲਈਏ। ਇੱਕ ਪ੍ਰਚਲਿਤ ਧਾਰਨਾ ਹੈ ਉਹ ਇਹ ਆ ਕਿ ਗ੍ਰੀਨ ਰੈਵੋਲਿਊਸ਼ਨ ਇਸ ਕਰਕੇ ਆਇਆ ਕਿ ਹਿੰਦੁਸਤਾਨ ਅਨਾਜ ਦੇ ਮਸਲੇ ਦੇ ਵਿੱਚ ਆਤਮ ਨਿਰਭਰ ਨਸ ਹੈ। ਉਦੋਂ 1964 ਦੇ ਵਿੱਚ 1 ਲੱਖ ਟਨ ਕਣਕ PL 484 ਜਿਹੜਾ ਉਹਨਾਂ ਦਾ ਲਾਅ ਸੀਗਾ, ਉਹਦੇ ਤਹਿਤ ਉਹ ਅਮਰੀਕਾ ਤੋਂ ਇੱਥੇ ਆਉਂਦੀ ਸੀਗੀ ਕਣਕ। ਪੰਜਾਬ ਹੁਣ ਉਸ ਤੋਂ ਥੋੜ੍ਹੀ ਜਿਹੀ ਜ਼ਿਆਦਾ ਇੰਡੀਆ ਨੂੰ ਦਿੰਦਾ। ਪੰਜਾਬ 1.25 ਲੱਖ ਟਨ ਕਣਕ ਹਰੇਕ ਸਾਲ ਔਸਤਨ ਦਿੰਦਾ, ਤਾਂ ਯਾਨੀ ਕਿ ਜਿੰਨੀ ਕੁ ਪੰਜਾਬ ਤੋਂ ਹੁਣ ਇੰਡੀਆ ਲੈਂਦਾ ਉਨੀ ਕਿਸੇ ਵਕਤ ਅਮਰੀਕਾ ਤੋਂ ਆਉਂਦੀ ਸੀਗੀ। 62 ਦੇ ਵਿੱਚ ਲੜਾਈ ਇੱਕ ਹੋ ਗਈ ਸੀਗੀ। 62 ਤੋਂ ਬਾਅਦ ਇੰਡੀਆ ਦੇ ਜਿਹੜੇ ਪਾਕਿਸਤਾਨ ਦੇ ਨਾਲ ਰਿਸ਼ਤੇ ਸੀਗੇ ਉਹ ਕਸ਼ੀਦਗੀ 'ਚ ਆ ਗਏ ਸੀਗੇ, ਲੜਾਈ ਦੇ ਹਾਲਾਤ ਬਣ ਰਹੇ ਸੀਗੇ। ਅਤੇ ਜਦੋਂ ਲੜਾਈ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਵਪਾਰ ਬੰਦ ਹੁੰਦੇ ਨੇ। ਤਾਂ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੇ ਲਈ ਇਸ ਕ੍ਰਾਈਸਿਸ ਦੇ ਦੌਰ ਦੇ ਵਿੱਚ ਇਹ ਬਹੁਤ ਜ਼ਿਆਦਾ ਲੋੜ ਬਣ ਜਾਂਦੀ ਆ ਕਿ ਜਦੋਂ ਵਪਾਰ ਬੰਦ ਹੋਣੇ ਨੇ, ਬਾਰਡਰ ਬੰਦ ਹੋਣੇ ਨੇ, ਉਸ ਵਕਤ ਘੱਟੋ ਘੱਟ ਲੋਕਾਂ ਨੂੰ ਅਨਾਜ ਹੈ ਜਿਹੜਾ ਉਹ ਬਾਰਡਰ ਦੇ ਅੰਦਰ ਅੰਦਰ ਅਸੀਂ ਮੁਹੱਈਆ ਕਰਾ ਸਕੀਏ, ਕਿਉਂਕਿ ਬਾਰਡਰ ਦਾ ਹਾਰਡ ਹੋ ਜਾਂਦੇ, ਬੰਦ ਹੋ ਜਾਂਦੇ। ਤਾਂ ਉਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਫਿਰ ਜਿੰਨਾ ਅਨਾਜ ਅਮਰੀਕਾ ਤੋਂ ਲੈਂਦੇ ਸੀਗੇ ਉਹਦੇ ਬਦਲ ਦੇ ਰੂਪ ਦੇ ਵਿੱਚ ਇੰਡੀਆ ਦੇ ਵਿੱਚ ਇਹ ਅਨਾਜ ਪੈਦਾ ਕਰਨ ਦੀ ਪਾਲਿਸੀ ਲਿਆਂਦੀ। ਅਤੇ ਉਹਦੇ ਵਿੱਚ ਜਿਹੜੀਆਂ ਵੱਧ ਆਪਣਾ ਝਾੜ ਦੇਣ ਵਾਲੀਆਂ ਫਸਲਾਂ ਸੀਗੀਆਂ ਉਹ ਆਈਆਂ, ਉਹਨਾਂ ਦੇ ਨਾਲ ਖਾਦਾਂ ਆਈਆਂ, ਪੈਸਟੀਸਾਈਡ, ਵੀਡੀਸਾਈਡ, ਜੋ ਵੀ ਉਹਦੇ ਨਾਲ ਸਹਾਇਕ ਚੀਜ਼ਾਂ ਸੀਗੀਆਂ ਉਹ ਆਈਆਂ। ਹੁਣ ਦੇਖਣ ਦਾ ਰੌਲਾ ਇਹ ਆ ਕਿ ਹੁਣ ਅੱਜ ਵੀ ਦੁਨੀਆ ਦੇ ਵਿੱਚ ਜਿਹੜੀ ਪ੍ਰੋਡਕਟ ਹੈ ਲੋਕ ਉਹ ਵੇਚਦੇ ਆ, ਟੈਕਨੀਕ ਨਹੀਂ ਵੇਚਦੇ। ਅੱਜ ਵੀ ਟੈਕਨੀਕ ਉਸ ਵੇਲੇ ਤੱਕ ਇੰਡੀਆ ਦੀ ਕੈਪੈਸਿਟੀ ਨਹੀਂ ਸੀਗੀ ਕਿ ਇੰਡੀਆ ਹਾਈ ਜੀਲਡਿੰਗ ਜਿਹੜੇ ਸੀਡ ਹੈ, ਜਿਹੜੀਆਂ ਫਸਲਾਂ ਆ ਉਹਨਾਂ ਦੇ ਬੀਜ ਆ ਉਹ ਡਿਵੈਲਪ ਕਰ ਸਕੇ। ਉਹ ਅਮਰੀਕਾ ਕੋਲ ਹੀ ਸੀਗੀ। ਅਮਰੀਕਾ ਨੇ ਇੰਡੀਆ ਨੂੰ ਉਹ ਟੈਕਨੋਲੋਜੀ ਦਿੱਤੀ। ਟੈਕਨੋਲੋਜੀ ਦੇਣ ਦੀ ਜਿਹੜੀ ਹੈਗੀ ਹੈ ਨੁਕਤਾ ਇਹ ਹੀ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਟੈਕਨੋਲੋਜੀ ਕਿਉਂ ਦਿੱਤੀ? ਕਿਉਂਕਿ ਉਸ ਵਕਤ 60s ਦੇ ਵਿੱਚ ਇੰਡੀਆ ਅਮਰੀਕਾ ਦੇ ਕੈਂਪ ਦੇ ਵਿੱਚ ਨਹੀਂ ਸੀਗਾ, ਇੰਡੀਆ ਰਸ਼ੀਆ ਦੇ ਕੈਂਪ ਦੇ ਵਿੱਚ ਸੀਗਾ ਅਤੇ ਆਪਣੇ ਆਪ ਨੂੰ ਇੱਕ ਸੋਸ਼ਲਿਸਟ ਕੰਟਰੀ, ਸਮਾਜਵਾਦੀ ਮੁਲਕ ਕਹਾਂਦਾ ਸੀਗਾ। ਹੈ ਬੇਸ਼ੱਕ ਨਹੀਂ ਸੀਗਾ ਬਟ ਕਹਾਂਦਾ ਸੀਗਾ। ਵੀ ਇੱਕ ਸੋਸ਼ਲਿਸਟ ਕੰਟਰੀ ਵਰਗੇ ਮੁਲਕ ਨੂੰ ਇੱਕ ਕੈਪੀਟਲਿਸਟ ਕੰਟਰੀ ਟੈਕਨੀਕ ਕਿਉਂ ਦੇ ਰਹੀ ਹੈ? ਇਹੀ ਇੱਕ ਨੁਕਤਾ ਸਾਡੇ ਸਮਝਣ ਦਾ। ਅਮਰੀਕਾ ਦਾ ਇੰਟਰਸਟ ਇੰਡੀਆ ਨੂੰ ਫੂਡ ਦੇ ਵਿੱਚ ਸੈਲਫ ਸਫੀਸ਼ੀਐਂਟ ਕਰਨ ਦੇ ਵਿੱਚ ਸੀਗਾ। ਉਹ ਕਿਉਂ ਸੀਗਾ? ਉਹਦਾ ਜ਼ਿਕਰ ਅਮਰੀਕਾ ਦੇ ਵਿੱਚ ਹੀ ਇੱਕ ਲਿਖਾਰੀ ਹੋਏ, ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ, ਅਮਰੀਕਾਜ਼ ਕੋਲਡ ਵਾਰ ਬੈਟਲ ਅਗੇਂਸਟ ਦਾ ਪਾਵਰਟੀ ਇਨ ਏਸ਼ੀਆ। ਉਹਦੇ ਵਿੱਚ ਉਹ ਕਹਿੰਦੇ ਕਿ ਰੀਜ਼ਨ ਇੰਡੀਆ ਨੂੰ ਸਿਰਫ
ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਇਹ ਟੈਕਨੀਕ ਦੇਣ ਦਾ ਨਸ ਹੈ ਕਿ ਇੰਡੀਆ ਆਤਮ ਨਿਰਭਰ ਹੋ ਜਾਏ। ਉਹਦੇ ਪਿੱਛੇ ਪੋਲੀਟੀਕਲ ਰੀਜ਼ਨ ਸੀਗੇ। ਅਤੇ ਉਹ ਪੋਲੀਟੀਕਲ ਰੀਜ਼ਨ ਕਿਆ ਸੀਗਾ? ਪੋਲੀਟੀਕਲ ਰੀਜ਼ਨ ਇਹ ਸੀਗਾ ਕਿ ਏਸ਼ੀਆ ਦੇ ਵਿੱਚ ਬਹੁਤ ਸਾਰੇ ਉਸ ਵਕਤ ਹਾਲਾਤ ਐਸੇ ਬਣ ਗਏ ਸੀਗੇ ਕਿ ਲੱਗ ਰਿਹਾ ਸੀਗਾ ਜਿਹੜੀਆਂ ਵੈਸਟ ਦੀਆਂ ਕੰਟਰੀਆਂ ਕਿ ਏਸ਼ੀਆ ਦੇ ਵਿੱਚ ਮਾਰਕਸਿਸਟ ਰੈਵੋਲਿਊਸ਼ਨ ਆਉਣਗੇ ਗਰੀਬੀ ਦੇ ਕਾਰਨ, ਕਿ ਇੱਥੇ ਦੀ ਇਕਨੋਮਿਕ ਸਿਚੁਏਸ਼ਨ ਉਸ ਤਰ੍ਹਾਂ ਦੀ ਆ ਜਿਹਦੇ ਵਿੱਚੋਂ ਮਾਰਕਸਿਸਟ ਰੈਵੋਲਿਊਸ਼ਨ ਹੈ ਜਿਹੜਾ ਉਹ ਫੈਲ ਸਕਦਾ। ਅਤੇ ਮਾਰਕਸਿਸਟ ਰੈਵੋਲਿਊਸ਼ਨ ਨੂੰ ਰੋਕਣ ਦੇ ਲਈ ਉਹਨਾਂ ਨੂੰ ਇਹ ਸੀਗਾ ਕਿ ਏਸ਼ੀਆ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਡਰੀਮ, ਉਹਨਾਂ ਦਾ ਸੁਪਨਾ, ਉਹਨਾਂ ਦਾ ਜੀਵਨ ਪੱਧਰ ਬਦਲਿਆ ਜਾਏ, ਉਹਨਾਂ ਨੂੰ ਪਦਾਰਥਵਾਦ ਵਾਲੇ ਪਾਸੇ ਲਾਇਆ ਜਾਏ। ਅਤੇ ਹੁਣ ਨੁਕਤਾ ਇਹ ਆ ਕਿ ਉਹ ਪੰਜਾਬ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਕਿਉਂ ਲੈ ਕੇ ਆਂਦਾ, ਬਾਕੀ ਸਾਰੀ ਇੰਡੀਆ 'ਚ ਕਿਉਂ ਨਹੀਂ ਲੈ ਕੇ ਆਂਦਾ? ਉਹਦੀ ਵਜ੍ਹਾ ਇਹ ਹਿਸਟੋਰਿਕ ਹੈ ਕਿ ਇਸ ਖਿੱਤੇ ਦੇ ਵਿੱਚੋਂ ਹੀ ਸਿੱਖੀ ਦੇ ਇਨਫਲੂਐਂਸ ਕਰਕੇ ਹਿਸਟੋਰੀਕਲੀ ਉਸ ਪਿਛਲੇ 300 ਸਾਲ ਤੋਂ ਜਦੋਂ ਤੋਂ ਇੱਥੇ ਗੁਰੂ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ, ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਅਣਥੱਕ ਇੱਥੇ ਸੰਘਰਸ਼ ਕੀਤਾ ਅਤੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਹਕੂਮਤਾਂ ਸੀਗੀਆਂ, ਚਾਹੇ ਉਹ ਅਫਗਾਨਾਂ ਦੀਆਂ ਸੀਗੀਆਂ, ਚਾਹੇ ਉਹ ਮੁਗਲਾਂ ਦੀਆਂ ਸੀਗੀਆਂ, ਚਾਹੇ ਉਹ ਬ੍ਰਿਟਿਸ਼ ਸੀਗੇ, ਉਹ ਇੱਥੋਂ ਚਲਦੀਆਂ ਕੀਤੀਆਂ ਸੀਗੀਆਂ। ਉਹਨਾਂ ਨੂੰ ਪਤਾ ਸੀਗਾ ਕਿ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਰੈਵੋਲਿਊਸ਼ਨ ਦੇ ਲਈ ਸਭ ਤੋਂ ਫਰਟਾਈਲ ਲੈਂਡ ਹੈ ਜਿਹੜੀ ਉਹ ਪੰਜਾਬ ਹੈ। ਤੋ ਜੇ ਪੰਜਾਬ ਨੂੰ ਰੋਕਣਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਪਦਾਰਥਵਾਦ ਵਾਲੇ ਪਾਸੇ ਲਾਉਣਾ ਹੈ। ਤੋ ਇਸ ਕਰਕੇ ਅਮਰੀਕਾ ਦਾ ਇਹ ਇੰਟਰਸਟ ਸੀਗਾ ਪੰਜਾਬ 'ਚ ਗ੍ਰੀਨ ਰੈਵੋਲਿਊਸ਼ਨ ਸ਼ੁਰੂ ਕਰਨ ਦਾ। ਹੁਣ ਇਹਦੇ ਨਾਲ ਤੀਜੀ ਗੱਲ ਜੁੜਦੀ ਹੈ। ਤੀਜੀ ਗੱਲ ਇਹ ਜੁੜਦੀ ਹੈ ਫਿਰ ਇੰਡੀਆ ਦਾ ਫਿਰ ਕਿਆ ਇੰਟਰਸਟ ਹੈ? ਅਮਰੀਕਾ ਦਾ ਤਾਂ ਇੰਟਰਸਟ ਸੀਗਾ, ਇੰਡੀਆ ਦਾ ਇੰਟਰਸਟ ਵੀ ਇਹ ਸੀਗਾ ਕਿ ਇੰਡੀਆ ਦੇ ਵਿੱਚ 47 ਤੋਂ ਬਾਅਦ ਜਦੋਂ ਸੱਤਾ ਦਾ ਤਬਾਦਲਾ ਹੋਇਆ, ਸੱਤਾ ਦੇ ਤਬਾਦਲੇ ਤੋਂ ਬਾਅਦ ਦਿੱਲੀ ਦਾ ਜਿਹੜਾ ਹਾਕਮ ਹੈ ਉਹ ਬਿੱਪਰ ਬਣਿਆ, ਅਤੇ ਬਿੱਪਰ ਨੂੰ ਪਤਾ ਕਿ ਉਹਦੀ ਜਿਹੜੀ ਪ੍ਰਿੰਸੀਪਲ ਲੜਾਈ ਆ ਉਹ ਗੁਰਮਤ ਦੇ ਅਗੇਂਸਟ ਹੈ। ਇਸ ਖਿੱਤੇ ਦੇ ਵਿੱਚ ਜਾਂ ਗੁਰਮਤ 'ਤੇ ਆਧਾਰਿਤ ਸਿਸਟਮ ਖੜ੍ਹਨੇ ਆ ਜਾਂ ਬ੍ਰਹਿਮਨਿਜ਼ਮ ਖੜ੍ਹਨਾ, ਦੋਨੋਂ ਇਕੱਠੇ ਨਹੀਂ ਖੜ੍ਹ ਸਕਦੇ ਕਿਉਂਕਿ ਦੋਨੋਂ ਹੀ ਇੱਕ ਦੂਜੇ ਦੇ ਬਿਲਕੁਲ ਆਪੋਜ਼ਿਟ ਹੈ। ਜੇ ਤੁਸੀਂ ਬਿਲਕੁਲ ਗੁਰਮਤ ਦੇ ਆਧਾਰ ਦੇ ਉੱਤੇ ਚੱਲਣਾ ਤਾਂ ਤੁਹਾਡੀ ਪੋਲੀਟਿਕਸ ਇਹ ਨਿਕਲਣੀ ਆ ਕਿ ਤੁਸੀਂ ਨਿਮਾਣਿਆਂ ਅਤੇ ਨਿਤਾਣਿਆਂ ਦੀ ਧਿਰ ਬਣੋ, ਤੁਸੀਂ ਜਿਹੜੇ ਜਰਵਾਣੇ ਨੇ ਉਹਨਾਂ ਦਾ ਨਾਸ਼ ਕਰੋ, ਅਤੇ ਗੁਰਮਤ ਦੇ ਚੱਲਦਿਆਂ ਤੁਹਾਡੀ ਇਹ ਪੋਲੀਟਿਕਸ ਨਿਕਲਦੀ ਹੈ। ਅਤੇ ਇੰਡੀਆ ਸਾਰਾ ਹੀ ਇਹ ਆ ਕਿ ਸਾਰਾ ਨਿਮਾਣੇ ਨਿਤਾਣਿਆਂ ਦਾ ਇੰਡੀਆ ਜਿਹੜਾ ਹਜ਼ਾਰਾਂ ਸਾਲਾਂ ਤੋਂ ਇਸ ਵਿਪਰ ਸੰਸਕਾਰ ਦੇ ਸਮਾਜਿਕ ਸਿਸਟਮ ਦੇ ਅੰਦਰ ਪਿਸ ਰਿਹਾ ਹੈ। ਅਤੇ ਉਹਨਾਂ ਨੂੰ ਪਤਾ ਹੈ ਕਿ ਜੇ ਪੰਜਾਬ ਸਟੇਬਲ ਹੁੰਦਾ ਤਾਂ ਪੰਜਾਬ ਦੇ ਵਿੱਚੋਂ ਹੀ ਜਿਹੜਾ ਗੁਰਮਤ ਦਾ ਰੈਵੋਲਿਊਸ਼ਨ ਨਿਕਲਣਾ, ਜਿਹਦੇ ਵਿੱਚੋਂ ਨਿਮਾਣੇ ਨਿਤਾਣਿਆਂ ਨੂੰ ਕੋਈ ਆਜ਼ਾਦੀ ਦਾ ਰਾਹ ਦਿਸਣਾ। ਤੋ ਇਸ ਕਰਕੇ ਇਹ ਤਿੰਨ ਇੰਟਰਸਟ ਇਕੱਠੇ ਹੋਏ। ਪਹਿਲਾ ਇੰਟਰਸਟ ਇੰਡੀਆ ਦੀ ਪੋਲੀਟੀਕਲ ਕੰਪਲਸ਼ਨ ਸੀਗੀ ਕਿ ਐਕਸਟਰਨਲ ਜਿਹੜੇ ਸਰਹੱਦਾਂ ਸੀਗੀਆਂ ਉਹਨਾਂ 'ਤੇ ਉਹ ਹਾਰਡ ਹੋ ਗਈਆਂ ਸੀਗੀਆਂ। ਉਹਨਾਂ ਨੂੰ ਲੱਗਦਾ ਸੀਗਾ ਕਿ ਸਾਨੂੰ ਅਨਾਜ ਦੇ ਤੌਰ ਦੇ ਉੱਤੇ ਸਵੈ ਨਿਰਭਰ ਹੋਣਾ ਪੈਣਾ ਹੈ, ਨਹੀਂ ਜੇ ਯੁੱਧ ਲੱਗ ਗਿਆ ਅਤੇ ਜੇ ਸਾਨੂੰ ਖਾਣਾ ਹੀ ਨਾ ਦੇ ਹੋਇਆ ਤਾਂ ਇੱਥੋਂ ਅੰਦਰੋਂ ਹੀ ਬਗਾਵਤ ਉੱਠ ਖੜ੍ਹਨੀ ਹੈ। ਤੋ ਪਹਿਲੀ ਪੋਲੀਟੀਕਲ ਕੰਪਲਸ਼ਨ ਇਹ ਸੀਗੀ। ਦੂਜੀਆਂ ਸਿਧਾਂਤਕ ਸੀਗੀਆਂ। ਇੱਕ ਅਮਰੀਕਾ ਦਾ ਆਪਣਾ ਇੰਟਰਸਟ ਸੀਗਾ ਕਿਉਂਕਿ ਉਹ ਸਾਰੇ ਕਾਸੇ ਨੂੰ ਪੈਸੇ ਦੇ ਨਾਲ, ਅਰਥਚਾਰੇ ਦੀ ਨਿਗਾਹ ਦੇ ਨਾਲ ਦੇਖਦੇ। ਉਹਨਾਂ ਨੂੰ ਲੱਗਦਾ ਕਿ ਜੇ ਲੋਕਾਂ ਨੂੰ ਪਦਾਰਥਵਾਦ ਵਾਲੇ ਪਾਸੇ ਪਾ ਦਿਓ ਅਤੇ ਉਹ ਰੈਵੋਲਿਊਸ਼ਨ ਦੀ ਗੱਲ ਛੱਡ ਦਿੰਦੇ ਆ। ਅਤੇ ਇੰਡੀਆ ਦਾ ਜਿਹੜਾ ਵਿਪਰ ਤਖਤ ਹੈ ਉਹਦੀ ਆਪ ਦੀ ਸਿਧਾਂਤਕ ਪੋਜੀਸ਼ਨ ਸੀਗੀ ਕਿ ਇੱਥੋਂ ਦੇ ਜਿਹੜੇ ਲੋਕ ਹੈ, ਇੱਥੋਂ ਦੇ ਜਿਹੜੇ ਸਿੱਖ ਹੈ, ਉਹਨਾਂ ਨੂੰ ਪਦਾਰਥਵਾਦ ਵਾਲੇ ਪਾਸੇ ਪਾ ਦਿਓ ਅਤੇ ਸ਼ਾਇਦ ਉਹ ਆਪਦੀ ਜਿਹੜੀ ਰੈਵੋਲਿਊਸ਼ਨ ਹੀ ਚਿਣਗ ਹੈ ਉਹਨਾਂ ਦੇ ਅੰਦਰ ਉਹ ਖਤਮ ਹੋ ਜਾਏ। ਤੋ ਇਹ ਤਿੰਨ ਵਜ੍ਹਾ ਨੇ ਜਿਹਦੇ ਕਰਕੇ ਇੱਥੇ ਇਹ ਸ਼ੁਰੂ ਹੋਇਆ। ਹੁਣ ਤੁਸੀਂ ਇਹਦਾ ਸਫ਼ਰ ਦੇਖੋ। ਇਹਦਾ ਸਫ਼ਰ ਇਹ ਹੋਇਆ ਕਿ ਬਹੁਤ ਛੇਤੀ ਇੱਥੇ ਉਹਨੇ ਲਾਗੂ ਕੀਤਾ। ਸਾਡੇ ਵਾਈਸ ਚਾਂਸਲਰ ਹੁੰਦੇ ਸੀਗੇ ਪੰਜਾਬੀ ਯੂਨੀਵਰਸਿਟੀ ਦੇ ਸਵਰਨ ਸਿੰਘ ਬੋਪਾਰਾਏ। ਉਹ ਕਹਿੰਦੇ ਕਿ ਮੈਂ SDM ਸੀਗਾ ਉਦੋਂ। SDM ਨੂੰ ਟਾਰਗੇਟ ਮਿਲਦੇ ਹੁੰਦੇ ਸੀਗੇ, ਇਹ ਬੀਜ ਅਤੇ ਖਾਦ ਤੁਸੀਂ ਆਪਣੇ ਹਲਕੇ ਦੇ ਵਿੱਚ ਇੰਨੀ ਖਾਦ ਅਤੇ ਇੰਨਾ ਬੀਜ ਦੀ ਖਪਤ ਕਰਾਉਣੀ ਹੈ। ਨਹੀਂ, SDM ਨੂੰ ਟਾਰਗੇਟ ਦੇਣ ਦਾ ਕਿਆ ਮਤਲਬ ਹੈ? ਉਹਦੇ ਪਿੱਛੇ ਇਹ ਪੋਲੀਟੀਕਲ ਰੀਜ਼ਨ ਸੀਗੇ। ਚਲੋ ਉਹਨੇ ਲਾਗੂ ਕਰ ਦਿੱਤਾ। ਲਾਗੂ ਕਰਨ ਤੋਂ ਬਾਅਦ ਪਹਿਲੇ ਜਿਹੜੇ 5 ਜਾਂ 6 ਸਾਲ ਸੀਗੇ, ਉਹ 5-6 ਸਾਲ ਦੇ ਵਿੱਚ ਇੱਥੇ ਇਨਕਮ ਵੱਧ ਗਈ। ਇਨਕਮ ਵਧਣ ਦੇ ਨਾਲ ਜਿਹੜਾ ਇੱਥੋਂ ਦਾ ਆਮ ਕਿਸਾਨ ਹੈ ਉਹਦੀ ਡਰੀਮ ਵੱਧ ਗਈ। ਉਹਦਾ ਜਿਹੜਾ ਸੁਪਨਾ ਸੀਗਾ ਉਹ ਪਦਾਰਥਵਾਦੀ ਹੋ ਗਿਆ ਇੱਕ ਹੱਦ ਤੱਕ।
ਤੇ ਉਹ ਪਦਾਰਥਵਾਦੀ ਸੁਪਨੇ ਦੇ ਹੋਣ ਦੇ ਕਾਰਨ ਇੱਥੋਂ ਦੀ ਇੱਕ ਸਮੱਸਿਆ ਖਤਮ ਹੋ ਗਈ, ਜਿਹੜੀ ਮਾਰਕਸਿਸਟ ਮੂਵਮੈਂਟ ਸੀਗੀ। ਜਿਹੜੇ ਬੰਦੇ ਸਾਰੇ ਸਿਰਫ ਅਰਥਚਾਰੇ ਦੀ ਨਜ਼ਰ ਤੋਂ ਹੀ ਇਸ ਸਾਰੀ ਦੁਨੀਆ ਨੂੰ ਦੇਖਦੇ ਸੀਗੇ, ਉਹ ਜਦੋਂ ਉਹਨਾਂ ਦਾ ਸੁਪਨੇ ਦੇ ਵਿੱਚ ਪਦਾਰਥ ਆ ਗਿਆ ਤਾਂ ਉਹ ਇੱਕ ਸਮੱਸਿਆ ਤਾਂ ਟੈਕਲ ਹੋ ਗਈ। ਉਸ ਤੋਂ ਬਾਅਦ ਸਟੈਗਨੇਸ਼ਨ ਆਈ, ਇਹ ਸਾਰੇ ਮਸਲੇ 'ਚ ਖੜੋਤ ਆ ਗਈ, ਰੇਟ ਵਧਣੋਂ ਹਟ ਗਏ। 72 ਦੇ ਵਿੱਚ ਪਹਿਲੀ ਵਾਰ ਇੱਦਾਂ ਹੋਇਆ ਕਿ MSP ਵਧਣ ਦੀ ਬਜਾਏ 1 ਰੁਪਈਆ ਘਟ ਗਈ। ਉਹ 1 ਰੁਪਈਆ ਘਟਣ ਦੀ ਵਜ੍ਹਾ ਕਰਕੇ ਹੀ ਕਿਸਾਨ ਯੂਨੀਅਨ ਬਣੀ। ਇੰਡੀਆ ਦੀ ਪਹਿਲੀ ਕਿਸਾਨ ਯੂਨੀਅਨ ਇਕੱਲੇ ਪੰਜਾਬ ਸਪੈਸੀਫਿਕ ਕਿਸਾਨ ਯੂਨੀਅਨ ਹੀ ਸੀਗੀ, ਜਿਹਨੂੰ ਪੰਜਾਬ ਖੇਤੀਬਾੜੀ ਜ਼ਿਮੀਂਦਾਰੀ ਯੂਨੀਅਨ ਕਹਿੰਦੇ ਸੀਗੇ। 72 ਤੋਂ ਲੈ ਕੇ 78 ਤੱਕ ਉਹ MSP ਨੂੰ ਲਾਹੇਬੰਦ ਕਰਨ ਦੇ ਲਈ ਲੜੇ। 78 ਤੋਂ ਬਾਅਦ ਸਾਰਿਆਂ ਨੇ ਸਕੀਮ ਦਿੱਤੀ ਕਿ ਦੇਖੋ ਤੁਸੀਂ ਇੰਨੀ ਸਟਰਗਲ ਲੜੀ ਆ, ਕਿਉਂਕਿ ਪੰਜਾਬ ਦਾ ਕਿਸਾਨ ਲੜ ਰਿਹਾ ਇਕੱਲਾ, ਇਹਦੀ ਬਜਾਏ ਆਪਾਂ ਇਸ ਲੜਾਈ ਨੂੰ ਇੰਡੀਆ ਲੈਵਲ 'ਤੇ ਲੈ ਕੇ ਜਾਈਏ। ਤਾਂ ਉਹ ਭਾਰਤੀ ਕਿਸਾਨ ਯੂਨੀਅਨ ਬਣ ਗਈ 78 ਦੇ ਵਿੱਚ। ਪਰ ਭਾਰਤੀ ਕਿਸਾਨ ਯੂਨੀਅਨ ਨੇ ਵੀ 80s ਦੇ ਵਿੱਚ ਬੜੀ ਸ਼ਾਨਦਾਰ ਲੜਾਈ ਲੜੀ, ਪਰ ਕਦੇ ਵੀ ਜਿਹੜਾ MSP ਆ, ਮਿਨੀਮਮ ਸਪੋਰਟ ਪ੍ਰਾਈਸ, ਉਹ ਲਾਹੇਬੰਦ ਨਹੀਂ ਮਿਲਿਆ ਕਦੇ ਵੀ। ਜਦੋਂ MSP ਤੁਹਾਡਾ ਸੁਪਨਾ ਤੁਹਾਨੂੰ ਬੜਾ ਬਣਾਤਾ ਕਿ ਤੁਹਾਡਾ ਜਿਹੜਾ ਲੈਵਲ ਹੈ ਉਹ ਯੂਰਪੀਅਨ ਲੈਵਲ ਦੀ ਤੁਹਾਡੀ ਲਾਈਫ ਸਟਾਈਲ ਹੋ ਜਾਣੀ ਆ, ਬਟ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਜੋ ਜ਼ਰੂਰੀ ਚੀਜ਼ਾਂ ਸੀਗੀਆਂ, ਜੋ ਲਾਹੇਬੰਦ ਰੇਟ ਸੀਗੇ, ਉਹ ਨਹੀਂ ਦਿੱਤੇ। ਸੁਪਨਾ ਵੱਡਾ ਦੇ ਦਿੱਤਾ ਤਾਂ ਕਿ ਤੁਸੀਂ ਉਸ ਸੁਪਨੇ ਤੱਕ ਬਿਨਾਂ ਪਹੁੰਚੋ ਅਤੇ ਆਪਣੀ ਪੁਰਾਣੀ ਜਿਹੜੀ ਤੁਹਾਡੀ ਰਵਾਇਤ ਹੈ ਉਹ ਵੀ ਛੱਡ ਦਿਓ। ਤੁਸੀਂ ਵਿਚਾਲੇ ਲਟਕ ਗਏ। ਜਦੋਂ ਵਿਚਾਲੇ ਲਟਕ ਗਏ ਤਾਂ 78 ਦੇ ਵਿੱਚ ਪੰਜਾਬ ਦੇ ਜਿਹੜੇ ਲੀਡਰ ਸੀਗੇ, ਉਹਨਾਂ ਨੇ ਇਹ ਸਮਝ ਲਿਆ ਕਿ ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਵਿੱਚ ਜਿੰਨੀ ਪ੍ਰੋਡਕਸ਼ਨ ਵਧਣੀ ਸੀਗੀ ਉਹ ਵਧ ਗਈ। ਹੁਣ ਇਦੋਂ ਜ਼ਿਆਦਾ ਪ੍ਰੋਡਕਸ਼ਨ ਨਹੀਂ ਵਧਾਈ ਜਾ ਸਕਦੀ। ਜੇ ਹੁਣ ਇਨਕਮ ਵਧਾਉਣੀ ਆ ਤਾਂ ਇਹਦੀ ਫੂਡ ਦੀ ਪ੍ਰੋਸੈਸਿੰਗ ਕਰਨੀ ਪੈਣੀ ਹੈ। ਤਾਂ ਅਕਾਲੀ ਦਲ 78-79 ਦੇ ਵਿੱਚ ਨਵਾਂ ਪ੍ਰੋਗਰਾਮ ਲੈ ਕੇ ਆਇਆ ਕਿ ਆਪਾਂ ਪੰਜਾਬ ਦੇ ਵਿੱਚ ਐਗਰੋ ਇੰਡਸਟਰੀ ਲਾਈਏ ਤਾਂ ਕਿ ਫੂਡ ਪ੍ਰੋਸੈਸਿੰਗ ਹੋਏ। ਉਹ ਜਿਹੜਾ ਦੂਜਾ ਅਨੰਦਪੁਰ ਸਾਹਿਬ ਦਾ ਮਤਾ ਹੈ, ਉਸ ਪ੍ਰੋਗਰਾਮ ਦੇ ਵਿੱਚ ਹੈ ਉਹ ਸਾਰੀ ਗੱਲ। ਜਦੋਂ ਉਹ ਪ੍ਰੋਗਰਾਮ ਲੁਧਿਆਣੇ 3 ਦਿਨ ਦੀ ਕਾਨਫਰੰਸ ਹੋਈ ਅਕਾਲੀ ਦਲ ਦੀ, ਤਾਂ ਮੇਰੇ ਖਿਆਲ ਜਿਹੜੇ ਬਜ਼ੁਰਗ ਬੈਠੇ ਉਹਨਾਂ ਨੂੰ ਤਾਂ ਪਤਾ ਉਸ ਕਾਨਫਰੰਸ ਦਾ। ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਸੀਗੇ, ਪ੍ਰਕਾਸ਼ ਬਾਦਲ ਉਸ ਵੇਲੇ CM ਸੀਗੇ ਪੰਜਾਬ ਦੇ। ਤਾਂ ਜਦੋਂ ਅਕਾਲੀ ਦਲ ਨੇ ਆਪਣੀ ਇਹ ਮੰਗ ਰੱਖੀ ਐਗਰੋ ਇੰਡਸਟਰੀ ਦੀ, ਤਾਂ ਉਸ ਵਕਤ ਇੰਡੀਆ ਦੇ ਵਿੱਚ ਜਨਤਾ ਪਾਰਟੀ ਦੀ ਗਵਰਨਮੈਂਟ ਸੀਗੀ। ਮੁਰਾਰਜੀ ਦੇਸਾਈ PM ਸੀਗੇ ਔਰ ਚੰਦਰ ਸ਼ੇਖਰ ਪਾਰਟੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਸੀਗੇ, ਜਿਹੜੇ ਬਾਅਦ 'ਚ 91 'ਚ ਜਾ ਕੇ PM ਬਣੇ। ਉਹ ਜਨਤਾ ਪਾਰਟੀ ਦੀ ਪ੍ਰਧਾਨ ਹੋਣ ਦੇ ਨਾਤੇ ਇੱਥੇ ਉਸ ਕਾਨਫਰੰਸ 'ਚ ਆਏ ਹੋਏ ਸੀਗੇ, ਕਿਉਂਕਿ ਅਕਾਲੀ ਵੀ ਉਸ ਜਿਹੜੀ ਸੈਂਟਰ ਦੀ ਗਵਰਨਮੈਂਟ ਸੀਗੀ ਉਹਦਾ ਹਿੱਸਾ ਸੀਗੇ। ਤਾਂ ਉਹਨਾਂ ਨੇ ਮੌਕੇ ਦੇ ਉੱਤੇ ਹੀ ਇਸ ਮੰਗ ਦਾ ਪੰਜਾਬ ਦੀ ਦਾ ਜਵਾਬ ਦਿੱਤਾ। ਉਹ ਕਹਿਣ ਲੱਗੇ ਚੰਦਰ ਸ਼ੇਖਰ ਕਿ ਪੰਜਾਬ ਦੇ ਕੋਲ ਇੰਨਾ ਜ਼ਿਆਦਾ ਹੋ ਗਿਆ ਕਿ ਇਹਦੀ ਪ੍ਰੋਸੈਸਿੰਗ ਦੀ ਨੌਬਤ ਆ ਗਈ ਹੈ। ਉਹ ਕਹਿੰਦਾ ਇੰਡੀਆ ਦੇ ਵਿੱਚ ਤਾਂ ਲੋਕ ਛਟਾਂਕ ਚੌਲਾਂ ਦੇ ਲਈ ਤਰਸਦੇ ਫਿਰਦੇ। ਉਹ ਕਹਿੰਦਾ ਅਸੀਂ ਇੱਕ ਮੁਲਕ ਦੇ ਵਿੱਚ 2 ਭਾਅ ਨਹੀਂ ਹੋਣ ਦੇਣੇ, ਅਸੀਂ ਮਾਰੂਥਲ 'ਚ ਨਖਲਿਸਤਾਨ ਨਹੀਂ ਬਣਨ ਦੇਣਾ। ਉਹਦਾ ਇਹ ਸੀਗਾ ਕਿ ਇੱਕ ਖਿੱਤਾ ਅਸੀਂ ਇੰਨਾ ਅੱਗੇ ਨਹੀਂ ਜਾਣ ਦੇਣਾ। ਉਹ ਹੁਣ ਬਿਹਾਰ, UP, MP ਜਿੰਨਾ ਟਾਈਮ ਤੱਕ ਉਹ ਪੰਜਾਬ ਦੇ ਪੱਧਰ 'ਤੇ ਨਹੀਂ ਰਲਦੇ, ਉਨਾ ਟਾਈਮ ਤੁਸੀਂ ਪੰਜਾਬ ਨੂੰ ਅਸੀਂ ਕਹਿੰਦੇ ਐਗਰੋ ਇੰਡਸਟਰੀ ਨਹੀਂ ਦੇਣੀ। ਉਹ ਅੱਜ ਤੱਕ ਵੀ ਨਹੀਂ ਰਲੇ। ਚਲੋ 78 ਤੋਂ ਬਾਅਦ ਐਗਰੋ ਇੰਡਸਟਰੀ ਨਹੀਂ ਮਿਲੀ, ਬੜੀਆਂ ਫਾਈਲਾਂ ਦੇ ਪ੍ਰਪੋਜ਼ਲ ਗਏ, ਉਹ ਸਾਰਿਆਂ ਦੇ ਉੱਤੇ ਇੱਕ ਆਨਸਰ ਆਉਂਦਾ ਰਿਹਾ ਲਿਖ ਕੇ NO NO। ਆ ਚੰਡੀਗੜ੍ਹ ਪਿਛਲੇ ਸਿਆਲ ਦੇ ਵਿੱਚ ਹੀ ਅਸੀਂ ਇੱਕ ਸੈਮੀਨਾਰ ਕਰਾਇਆ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ ਪ੍ਰੀਤਮ ਸਿੰਘ, ਉਹਨਾਂ ਨੇ ਇਹ ਗੱਲ ਪਬਲਿਕਲੀ ਕੀਤੀ। ਕਹਿੰਦੇ ਕਿ ਇੱਕ ਬਿਊਰੋਕਰੈਟ ਨੇ ਮੈਨੂੰ ਦੱਸਿਆ ਵੀ ਅਸੀਂ ਪੰਜਾਬ ਦੇ ਇੰਟਰਨੈਸ਼ਨਲ ਵਪਾਰ ਦੇ ਪਲੱਸ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਵਪਾਰ ਹੈ ਅਤੇ ਐਗਰੋ ਇੰਡਸਟਰੀ ਦੇ ਬੜੇ ਪ੍ਰਪੋਜ਼ਲ ਭੇਜੇ। ਇੱਕ ਅੱਖਰ ਦੇ ਵਿੱਚ ਉੱਤਰ ਆਉਂਦਾ ਸੀਗਾ NO NO। ਜਦ ਐਗਰੋ ਇੰਡਸਟਰੀ ਨਹੀਂ ਹੋਈ, ਘਾਟੇ ਲਗਾਤਾਰ ਵੱਧਦੇ ਗਏ, ਸੁਪਨੇ ਤੁਹਾਡੇ ਲਗਾਤਾਰ ਵੱਡੇ ਕਰ ਦਿੱਤੇ। ਅਗਲਾ ਫੇਜ਼ ਕਿਸਾਨਾਂ ਦਾ ਸਟਰਗਲ ਦਾ ਕਾਹਦਾ ਆਇਆ? ਅਗਲਾ ਫੇਜ਼ ਦੀ ਲੜਾਈ ਹੋਈ ਕਰਜ਼ਾ ਮੁਕਤੀ ਦੀ। ਫਿਰ ਕਰਜ਼ਾ ਮੁਕਤੀ ਦੇ ਘੋਲ ਹੋਏ, ਪਰ ਕਰਜ਼ਾ ਮੁਕਤੀ ਵੀ ਨਹੀਂ ਹੋਈ ਕਦੇ। ਜਦ ਕਰਜ਼ੇ ਦੀ ਪੰਡ ਐਡੀ ਭਾਰੀ ਹੋ ਗਈ ਕਿ ਉਹ ਚੱਕਣੀ ਸਹਿ ਹੋ ਗਈ, ਫਿਰ ਪੰਜਾਬ ਦੇ ਕੋਲ 3 ਆਪਸ਼ਨਾਂ ਸੀਗੀਆਂ।
ਇੱਕ ਆਪਸ਼ਨ ਬਹੁਤੇ ਬੰਦਿਆਂ ਨੇ ਇਹ ਚੁਣੀ ਕਿ ਇਸ ਨਾ ਉਮੀਦੀ ਦੇ ਵਿੱਚ ਉਹ ਆਤਮ ਹੱਤਿਆ ਦੇ ਰਾਹ ਪਏ। ਇੱਕ ਨੇ ਇੱਥੋਂ ਮਾਈਗ੍ਰੇਸ਼ਨ ਚੁਣੀ ਤੇ ਇੱਕ ਨੇ ਸਟਰਗਲ ਚੁਣੀ। ਕਿਸਾਨ ਯੂਨੀਅਨਾਂ ਤੇ ਕਿਸਾਨਾਂ ਦੀ ਸਟਰਗਲ ਲਾਹੇਵੰਦ ਰੇਟ ਲੈਣ ਤੋਂ ਸ਼ੁਰੂ ਹੋਈ ਸੀਗੀ 72 'ਚ, ਉਹ ਨਹੀਂ ਦਿੱਤੇ। ਫਿਰ ਐਗਰੋ ਇੰਡਸਟਰੀ ਹੋਈ, ਉਹ ਵੀ ਨਹੀਂ ਦਿੱਤੀ। ਫਿਰ ਕਰਜ਼ਾ ਮੁਕਤੀ ਦੀ ਗੱਲ ਆਈ, ਉਹ ਵੀ ਨਹੀਂ ਮਿਲਿਆ। ਹੁਣ ਕਾਹਦੇ ਤੇ ਸਟਰਗਲ ਹੋ ਰਹੀ? ਫਾਰਮ ਸੁਈਸਾਈਡ ਤੇ, ਖੇਤੀਬਾੜੀ ਨਾਲ ਸੰਬੰਧਿਤ ਆਤਮ ਹੱਤਿਆਵਾਂ ਤੇ। ਹੱਲ ਉਹ ਵੀ ਨਹੀਂ ਹੋਈ। ਕਿਉਂ ਨਹੀਂ ਹੱਲ ਹੋ ਰਹੀ? ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ, ਉਹਨਾਂ ਦੀ ਆਪ ਦੀ ਪੈਦਾ ਕੀਤੀ ਹੋਈ ਇਹ ਸਥਿਤੀ ਆ। ਉਹਨਾਂ ਨੂੰ ਪਤਾ ਹੈ ਕਿ ਜੇ ਇਹ ਸਾਊਥ ਏਸ਼ੀਆ ਦੀ ਲੋਕਾਂ ਦੀ ਮੁਕਤੀ ਦਾ ਜਿਹੜਾ ਰਾਹ ਹੈ, ਉਸ ਰਾਹ ਦਾ ਜਿਹੜਾ ਸੁੰਮ ਹੈ ਉਹ ਪੰਜਾਬ 'ਚੋਂ ਫੁੱਟਣਾ ਹੈ। ਇਸ ਕਰਕੇ ਪੰਜਾਬ ਨੂੰ ਡੀਸਟੇਬਲਾਈਜ਼ ਕਰਨਾ ਹੈ ਤੇ ਉਹ ਬੜੇ ਹੱਦ ਤੱਕ ਉਹਨਾਂ ਨੇ ਕਰ ਦਿੱਤਾ ਹੈ। ਅੱਜ ਆਪਾਂ ਗੱਲ ਕਰਦੇ ਹਾਂ ਕਿ ਜੇ ਇਹ ਐਕਟ ਆ ਗਏ, ਜੇ ਇਹ ਐਕਟ ਲਾਗੂ ਹੋ ਗਏ ਤੇ ਇਹ ਐਕਟ ਲਾਗੂ ਹੋਣ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੇ ਖੇਤੀ ਛੱਡ ਦੇਣੀ ਆ, ਉਹ ਕਰ ਨਹੀਂ ਸਕਣਗੇ, ਕਾਰਪੋਰੇਟ ਨੇ ਲੈ ਲੈਣੀ ਆ। ਮੇਰਾ ਦੁਆਬੇ ਤੋਂ ਨਵਾਂ ਸ਼ਹਿਰ ਜ਼ਿਲ੍ਹਾ ਹੈ, ਸਾਡੇ ਆਲਰੇਡੀ ਕਿਸਾਨ ਖੇਤੀ ਛੱਡ ਚੁੱਕੇ। ਜਿਹੜਾ ਅੱਜ ਸਾਡਾ ਨੌਜਵਾਨ ਬਾਹਰ ਜਾ ਰਿਹਾ, ਉਹ ਕਿਉਂ ਜਾ ਰਿਹਾ? ਕਿ ਉਹਨਾਂ ਨੂੰ ਜਿਹੜਾ ਉਹਨਾਂ ਨੇ 1966 ਤੋਂ ਬਾਅਦ ਇੱਕ ਡਰੀਮ ਦਿਖਾਇਆ ਸੀਗਾ, ਪਦਾਰਥਵਾਦ ਦਾ ਡਰੀਮ, ਉਹ ਉਸ ਸੁਪਨੇ ਨੂੰ ਪੂਰਾ ਕਰਨ ਉੱਥੇ ਜਾ ਰਹੇ। ਹੁਣ ਰੌਲਾ ਇਹ ਆ ਕਿ ਜੇ ਕਿਸਾਨ ਜਾਂ ਪੰਜਾਬ ਦਾ ਜਿਹੜਾ ਇਹ ਖਿੱਤੇ ਦੇ ਲੋਕ ਹੈ, ਉਹਨਾਂ ਨੂੰ ਇਸ ਰਸਤੇ ਪਾਇਆ ਗਿਆ ਡੈਲੀਬਰੇਟਲੀ, ਜਾਣ ਕੇ, ਤਾਂ ਕਿ ਇੱਥੋਂ ਦੀ ਜਿਹੜੀ ਸੁਸਾਇਟੀ ਆ, ਇੱਥੋਂ ਦੀ ਜਿਹੜੀ ਸੱਭਿਅਤਾ ਆ, ਉਹ ਟੋਟਲ ਡਿਸਟਰੋਏ ਹੋ ਜਾਏ, ਤਾਂ ਕਿ ਇੱਥੋਂ ਰੈਵੋਲਿਊਸ਼ਨ ਦੇ ਹਾਲਾਤ ਨਾ ਰਹਿ ਜਾਣ। ਹੁਣ ਜਦੋਂ ਤੁਸੀਂ ਪਾਣੀ, ਜਿਹੜਾ ਪੰਜਾਬ ਦਾ ਪਾਣੀ ਦੀ ਗੱਲ ਕਰਦੇ ਆ, ਤੁਸੀਂ ਇਹਦੇ ਨਾਲ ਜੋੜ ਕੇ ਦੇਖੋ। ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪਾਣੀ ਦਾ ਇਸ ਵੇਲੇ ਦਰਿਆ ਚੱਲਦਾ, ਉਹ ਰਾਜਸਥਾਨ ਨੂੰ ਚੱਲਦਾ। ਸਤਲੁਜ ਤਾਂ ਉਨਾ ਪਾਣੀ ਹੈ ਹੀ ਨਹੀਂ ਜਿੰਨਾ ਰਾਜਸਥਾਨ ਨੂੰ ਜਾਂਦਾ। 18,000 ਕਿਊਸਿਕ ਕਪੈਸਿਟੀ ਦੀ ਨਹਿਰ ਰਾਜਸਥਾਨ ਨੂੰ ਜਾਂਦੀ ਹੈ। ਰੋਪੜ ਤੋਂ ਸਤਲੁਜ ਦੇ ਵਿੱਚ ਸਾਉਣ ਭਾਦੋਂ ਦੇ ਦਿਨਾਂ ਦੇ ਵਿੱਚ ਵੀ ਰੋਪੜ ਹੈੱਡ ਤੋਂ 10,000 ਕਿਊਸਿਕ ਤੋਂ ਪਾਣੀ ਟੱਪਦਾ ਨਹੀਂ ਹੈ। ਮੇਰੇ ਕੋਲ ਪਿਛਲੇ ਸਾਲ ਦਾ ਡਾਟਾ ਪਿਆ, 10,000 ਤੋਂ ਸਾਉਣ ਭਾਦੋਂ 'ਚ ਵੀ ਨਹੀਂ ਟੱਪਿਆ ਹੈ। ਜਦੋਂ ਇੱਕ ਦਿਨ ਹੜ੍ਹ ਆਏ ਉਸ ਦਿਨ ਟੱਪਿਆ 10,000 ਤੋਂ, ਨਹੀਂ 10,000 ਤੋਂ ਥੱਲੇ ਹੁੰਦਾ ਸਤਲੁਜ ਰੋਪੜ ਤੋਂ ਪਾਣੀ। ਅਤੇ ਉੱਥੇ ਨੂੰ 18,000 ਕਿਊਸਿਕ ਦੀ ਨਹਿਰ ਜਾ ਰਹੀ। ਉਹ ਨਹਿਰ ਉੱਥੇ ਦੇ ਫਾਇਦੇ ਲਈ ਨਹੀਂ ਜਾ ਰਹੀ। ਨਹਿਰ ਜਾਣ ਦਾ ਸਮਝੌਤਾ ਹੋਇਆ 61 'ਚ, ਫਿਰੋਜ਼ਪੁਰ ਦਾ ਹੈੱਡ ਬਣਿਆ 49 'ਚ। ਫਿਰੋਜ਼ਪੁਰ ਦਾ ਹੈੱਡ ਬਣਾਉਣ ਵੇਲੇ 1949 ਦੇ ਵਿੱਚ ਹੀ 18,000 ਕਿਊਸਿਕ ਦੇ ਪਾਣੀ ਲੈ ਕੇ ਜਾਣ ਦੇ ਜਿਹੜੇ ਦਰਵਾਜ਼ੇ ਉਹ ਉਦੋਂ ਹੀ ਛੱਡੇ ਹੋਏ ਸੀਗੇ। 1849 ਦਾ ਕੋਈ ਪਲੈਨਿੰਗ ਨਹੀਂ ਸੀਗੀ, ਕੋਈ ਸਕੀਮ ਨਹੀਂ ਸੀਗੀ ਉਹ ਨਹਿਰ ਭੇਜਣ ਦੀ। ਅਤੇ ਉਹ ਨਹਿਰ ਨੇ ਅਮਰੀਕਾ ਦਾ ਬਿਊਰੋ ਆਫ ਰਿਕਮੈਂਡੇਸ਼ਨ ਹੈ, ਇੰਡੀਆ ਨੇ ਉਹਦੇ ਤੋਂ ਪੁੱਛਿਆ ਕਿ ਅਸੀਂ ਆਹ ਪ੍ਰੋਜੈਕਟ ਬਣਾਈਏ, ਤੁਹਾਡੀ ਕਿਆ ਰਿਕਮੈਂਡੇਸ਼ਨ ਹੈ? ਉਹਨੇ ਕਿਹਾ ਕਿ ਬਿਲਕੁਲ ਫਲॉप, ਇਹ ਤੁਹਾਡੀ ਸਕੀਮ ਹੈ, ਤੁਹਾਨੂੰ ਇਹ ਨਹਿਰ ਨਹੀਂ ਬਣਾਉਣੀ ਚਾਹੀਦੀ। ਅਤੇ ਚਲੋ ਇੰਡੀਆ ਨੇ ਉਹ ਰਿਕਮੈਂਡੇਸ਼ਨ ਨਹੀਂ ਮੰਨੀ, ਨਹਿਰ ਬਣਾਤੀ। 1965 ਤੋਂ ਲੈ ਕੇ 1975 ਤੱਕ ਰਾਉਤਸਰ ਤੋਂ ਲੈ ਕੇ ਸੂਰਤਗੜ੍ਹ ਤੱਕ ਉੱਥੇ ਟਿੱਬੇ ਨੇ, ਮਤਲਬ 60 ਕਿਲੋਮੀਟਰ ਲੰਬੇ ਹੋਣੇ ਟਿੱਬੇ। ਉਹ ਟਿੱਬਿਆਂ ਦੇ ਵਿੱਚ ਜਿੰਨਾ ਪਾਣੀ ਰਾਉਤਸਰ ਤੋਂ ਪਿੱਛੇ ਵਰਤਿਆ ਗਿਆ, ਬਾਕੀ ਸਾਰੀ ਦੀ ਸਾਰੀ ਨਹਿਰ ਉਹਨਾਂ ਟਿੱਬਿਆਂ 'ਚ ਜਾ ਕੇ ਛੱਡ ਦਿੰਦੇ ਰਹੇ। ਔਰ 10 ਸਾਲ ਪਾਣੀ ਉੱਥੇ ਪੈਂਦਾ ਰਿਹਾ ਟਿੱਬਿਆਂ 'ਚ। ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ, ਮੇਰੀ ਦੇਖੀ ਗੱਲ ਹੈ। ਅੱਜ ਵੀ ਉੱਥੇ ਇੱਕ ਬਡੁੱਪਲ ਪਿੰਡ ਹੈ, ਬਡੁੱਪਲ, ਜਿਹੜਾ ਬਡੁੱਪਲ ਪਿੰਡ ਹੈ ਉੱਥੇ ਅੱਜ ਵੀ ਉਸ ਵੇਲੇ ਤੋਂ 1965 ਤੋਂ 75 ਤੱਕ ਜਿਹੜਾ ਪਾਣੀ ਛੱਡਿਆ ਹੈ, ਉਸ ਵੇਲੇ ਦੇ ਛੱਡਿਆ ਹੋਇਆ ਪਾਣੀ ਅੱਜ ਤੱਕ ਖੜਾ ਹੈ, ਅੱਜ ਤੱਕ। ਅਤੇ ਪਿੰਡ ਵੀ ਉਹ ਕਿਸੇ ਆਮ ਬੰਦੇ ਦਾ ਨਹੀਂ ਸੀਗਾ, ਮਨਫੂਲ ਸਿੰਘ ਭਾਦੂ ਦਾ ਪਿੰਡ ਸੀਗਾ, ਜਿਹੜਾ ਇੰਦਰਾ ਗਾਂਧੀ ਦੀ ਸਰਕਾਰ ਦੇ ਵਿੱਚ ਮੰਤਰੀ ਰਿਹਾ। ਅਤੇ ਉਸ ਪਿੰਡ 'ਚ ਉਸ ਵੇਲੇ ਦੇ ਛੱਡੇ ਹੋਏ ਪਾਣੀ ਕਰਕੇ ਅੱਜ ਤੱਕ ਸੇਮ ਹੈ। ਤੋ ਜਾਣੀ ਕਿ ਪਾਣੀ ਰਾਜਸਥਾਨ ਨੂੰ ਫਾਇਦਾ ਦੇਣ ਲਈ ਨਹੀਂ ਛੱਡਿਆ, ਪੰਜਾਬ ਦੀ ਸੱਭਿਅਤਾ ਉਜਾੜਨ ਲਈ ਲਿਆ। ਤੋ ਇਸ ਕਰਕੇ ਆਪਣੇ ਲਈ ਇਹ ਨੁਕਤਾ ਸਮਝਣਾ ਬਹੁਤ ਜ਼ਰੂਰੀ ਆ ਕਿ ਜਿਸ ਨੁਕਤੇ, ਜਿਨ੍ਹਾਂ ਰਿਆਇਤਾਂ ਦੇ ਲਈ ਅਸੀਂ ਲੜਾਈ ਲੜ ਰਹੇ ਹਾਂ,
ਉਹ ਰਿਆਇਤਾਂ ਸਾਨੂੰ ਮਿਲਣੀਆਂ ਨਹੀਂ ਹਨ। ਜਿਹਦੇ ਕੋਲੋਂ ਅਸੀਂ ਰਿਆਇਤ ਮੰਗਣ ਜਾ ਰਹੇ ਹਾਂ ਉਹਨੇ ਸਾਰਾ ਪ੍ਰੋਜੈਕਟ ਹੀ ਸਾਨੂੰ ਉਜਾੜਨ ਲਈ ਸ਼ੁਰੂ ਕੀਤਾ। ਉਹ ਸਾਨੂੰ ਰਿਆਇਤ ਕਿੱਥੋਂ ਦੇ ਦੇਗਾ? ਇਹ ਤਾਂ ਅਸੀਂ ਬਹੁਤ ਭੋਲੇ ਹਾਂ, ਬਹੁਤ ਭੋਲੇ ਹਾਂ। ਮੈਂ ਇੱਕ ਸਧਾਰਨ ਜੀ ਗੱਲ ਸਾਰਿਆਂ ਨੂੰ ਪੁੱਛਿਆ ਵੀ ਠੀਕ ਹੈ ਤੁਸੀਂ 1972 ਤੋਂ MSP ਦਾ ਲਾਹੇਵੰਦ ਰੇਟ ਲੈਣ ਲਈ ਲੜਾਈ ਲੜ ਰਹੇ। 1972 ਤੋਂ ਲੈ ਕੇ ਅੱਜ ਤੱਕ 1 ਸਾਲ ਗਣਾਓ ਜਦੋਂ ਤੁਹਾਨੂੰ ਨਹੀਂ ਸੁਣਿਆ ਹੋਏ। ਰੇਟ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ, ਤੁਹਾਨੂੰ ਸੁਣਿਆ ਹੋਏ। ਤੁਹਾਨੂੰ ਕਦੇ ਵੀ ਉਹਨੇ ਸੰਸਦ ਮਾਰਗ ਦਾ ਥਾਣਾ ਟੱਪਣ ਨਹੀਂ ਦਿੱਤਾ ਹੈ, ਕਦੇ ਵੀ। ਉਹ ਇਹ ਸਾਰਾ ਕੁਛ ਇੰਟੈਂਸ਼ਨਲੀ ਆ। ਇਸ ਕਰਕੇ ਅਸੀਂ ਇਸ ਸਮੱਸਿਆ ਨੂੰ ਸਮਝੀਏ। ਇਸ ਸਮੱਸਿਆ ਦੀ ਜੜ ਅਰਥਚਾਰੇ 'ਚ ਨਹੀਂ ਹੈ, ਇਸ ਸਮੱਸਿਆ ਦੀ ਜੜ ਪੋਲੀਟਿਕਸ ਦੇ ਵਿੱਚ ਹੈ, ਅਤੇ ਬਹੁਤ ਡੀਪ ਪੋਲੀਟਿਕਸ ਦੇ ਵਿੱਚ ਹੈ। ਇਸ ਸਮੱਸਿਆ ਦੀ ਜੜ ਤੁਹਾਡੇ ਜਿਹੜਾ ਸਰਬੱਤ ਦੇ ਭਲੇ ਦਾ ਤੁਹਾਡਾ ਕਨਸੈਪਟ ਹੈ ਉਹਦੇ ਵਿੱਚ ਹੈ। ਉਹਨੂੰ ਡਿਸਟਰੋਏ ਕਰਨ ਦਾ ਇਹ ਸਾਰਾ ਪ੍ਰੋਜੈਕਟ ਹੈ। ਸਾਰੇ ਇੰਡੀਆ ਦੇ ਵਿੱਚ ਜਾਓ, ਉੱਥੇ ਤੁਸੀਂ ਸਟਰਗਲ ਕਰੋ, ਕੋਈ ਮਤਲਬ ਹੀ ਨਹੀਂ ਹੈ ਕਿ ਕੋਈ ਤੁਹਾਡੇ ਲਈ ਫ੍ਰੀ ਦੇ ਵਿੱਚ ਲੰਗਰ ਲਾ ਦੇ। ਇਹ ਤੁਸੀਂ ਆ ਕਿ ਜਿਹੜੇ ਇੰਡੀਆ ਦੇ ਵਿੱਚ ਕਿਤੋਂ ਵੀ ਆ ਜਾਏ ਕੋਈ ਪ੍ਰੋਟੈਸਟ ਕਰਨ, ਦਿੱਲੀ, ਜਿਹਨੂੰ ਤੁਸੀਂ ਰਕਾਬਗੰਜ ਰਹਿਣ ਦੇ ਲਈ ਛੱਤ ਦਿੰਦੇ ਆ ਅਤੇ ਖਾਣ ਦੇ ਲਈ ਖਾਣਾ ਦਿੰਦੇ ਆ, ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਉਂਦੇ ਅਤੇ ਸਾਰਿਆਂ ਨੂੰ ਦਿੰਦੇ ਆ। ਕਿਸੇ ਦੀ ਜਾਤ ਨਹੀਂ ਪੁੱਛਦੇ, ਕਿਸੇ ਦੀ ਪੋਲੀਟੀਕਲ ਆਈਡੀਓਲੋਜੀ ਦੀ ਨਹੀਂ ਪੁੱਛਦੇ। ਇਸ ਗੱਲ ਤੋਂ ਤੁਹਾਡੇ ਗੁਣਾਂ ਤੋਂ ਨਫ਼ਰਤ ਹੈ। ਗੁਣਾਂ ਵਾਲੇ ਬੰਦਿਆਂ ਤੋਂ ਸਾਰੇ ਹੀ ਡਰਦੇ ਹੁੰਦੇ ਨੇ। ਮੈਨੂੰ ਸੰਤ ਸਿੰਘ ਮਸਕੀਨ ਹੋਣਾ ਦੀ ਇੱਕ ਕਥਾ ਯਾਦ ਹੈ। ਉਹ ਕਹਿੰਦੇ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਖਤਰਾ ਪੇਸ਼ ਨਹੀਂ ਹੈ ਤਾਂ ਇਹ ਸਮਝੋ ਤੁਹਾਡੇ 'ਚ ਕੋਈ ਗੁਣ ਨਹੀਂ ਹੈ, ਤੁਹਾਡੇ 'ਚ ਕੋਈ ਖੁਸ਼ਬੂ ਨਹੀਂ ਆ ਰਹੀ ਹੈ। ਜਿੰਨੀ ਤੁਹਾਡੇ 'ਚੋਂ ਖੁਸ਼ਬੂ ਆਏਗੀ ਤੁਹਾਨੂੰ ਉਨੇ ਹੀ ਖਤਰੇ ਪੇਸ਼ ਆਉਣਗੇ, ਤੁਹਾਨੂੰ ਉਨੀ ਸਟਰਗਲ ਕਰਨੀ ਪਏਗੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਦਾਹਰਣ ਦਿੱਤੀ ਕਿ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ਬੂ ਕੁੱਲ ਕਾਇਨਾਤ ਤੱਕ ਪਹੁੰਚਣ ਦੇ ਕਾਬਿਲ ਸੀਗੀ, ਅਤੇ ਉਹਨਾਂ ਜਿੰਨੀ ਸਟਰਗਲ ਕਿਸੇ ਨੇ ਨਹੀਂ ਕੀਤੀ। ਐਸੀ ਜ਼ਿੰਦਗੀ ਰਹੀ ਕਿ ਜਿਸ ਸ਼ਹਿਰ 'ਚ ਇੱਕ ਵਾਰ ਗਏ ਦੂਜੀ ਵਾਰ ਜਾਣ ਦਾ ਮੌਕਾ ਨਹੀਂ ਮਿਲਿਆ ਹੈ। ਇਹ ਤੁਹਾਡੀ ਖੁਸ਼ਬੂ ਆ, ਤੁਹਾਡੇ ਗੁਣਾਂ ਦੀ, ਤੁਹਾਡੇ ਉਸ ਕਨਸੈਪਟ ਦੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਤੁਹਾਨੂੰ ਦਿੱਤਾ ਸਰਬੱਤ ਦੇ ਭਲੇ ਦਾ। ਉਸ ਗੁਣਾਂ ਕਰਕੇ, ਇਸ ਸਿਫਤਾਂ ਦੇ ਕਰਕੇ ਅੱਜ ਸਾਨੂੰ ਇਸ ਸਮੱਸਿਆ ਦੇ ਵਿੱਚ ਪੈਣਾ ਪਿਆ ਹੋਇਆ। ਜਿੱਥੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਇਹ ਲੜਾਈ ਲੜਦੇ ਇਹ ਲੜਾਈ ਇੰਡੀਆ ਦੇ ਲਈ, ਇੰਡੀਆ ਦੇ ਕਿਸਾਨਾਂ ਦੇ ਲਈ ਲਾਹੇਵੰਦ ਰੇਟ ਲੈਣ ਦੀ ਹੋ ਸਕਦੀ, ਕਿਉਂਕਿ ਇੰਡੀਆ ਦੇ ਵਿੱਚ ਵੀ ਜਿਹੜਾ ਕਿਸਾਨ ਤਬਕਾ ਹੈ ਉਹਨਾਂ ਦੇ ਮੁਤਾਬਕ ਉਹ ਨੀਚ ਜਾਤ ਹੀ ਹੈ, ਸਾਡੇ ਮੁਤਾਬਕ ਤਾਂ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਕਦੇ ਉਹਨਾਂ ਨੇ ਜੀਣ ਦਾ ਹੱਕ ਨਹੀਂ ਦਿੱਤਾ ਹੈ। ਸਾਡੇ ਕੋਲ ਉਹ ਹੱਕ ਸੀਗਾ। ਪਰ ਅੱਜ ਸਾਡੀ ਲੜਾਈ ਜੇ ਇਕੱਲੇ ਪੰਜਾਬ ਦੇ ਹਿਸਾਬ ਨਾਲ ਸੋਚਣੀ ਹੋਵੇ, ਸਾਡੇ ਲਈ ਇਕੱਲਾ ਲਾਹੇਵੰਦ ਰੇਟ ਲੈਣ ਦੀ ਨਹੀਂ ਹੈ। ਸਾਡੀ ਤਾਂ ਲੜਾਈ ਇਦੋਂ ਅੱਗੇ ਇਕੋਲੋਜੀ 'ਤੇ ਚਲੀ ਗਈ। ਸਾਡੀ ਜ਼ਮੀਨ ਬਚਦੀ ਆ, ਸਾਡੀ ਜ਼ਮੀਨ ਅੱਜ ਸਿਹਤਮੰਦ ਜ਼ਮੀਨ ਨਹੀਂ ਹੈ। ਸਾਡਾ ਪਾਣੀ ਬਚਦਾ ਤਾਂ ਪੰਜਾਬ ਬਚਦਾ। ਜੇ ਪਾਣੀ ਨਾ ਰਿਹਾ, ਤੁਹਾਡੀ ਜ਼ਮੀਨ ਸਿਹਤਮੰਦ ਨਾ ਰਹੀ ਤੇ ਖੇਤੀ ਨਹੀਂ ਰਹਿਣੀ ਹੈ। ਜੇ ਖੇਤੀ ਨਹੀਂ ਰਹਿੰਦੀ ਤੇ ਕਿਸਾਨ ਨਹੀਂ ਰਹਿੰਦਾ ਹੈ, ਔਰ ਖੇਤੀ ਨਹੀਂ ਬਚਦੀ ਹੈ ਤਾਂ ਇੱਥੇ ਦੀ ਜਿਹੜੀ ਸੱਭਿਅਤਾ ਹੈ ਉਹਦੀ ਸਭ ਤੋਂ ਇੱਕ ਬੁਨਿਆਦੀ ਜਿਹੜੀ ਜੜ ਹੈ ਉਹ ਸੁੱਕਦੀ ਹੈ। ਇਸ ਕਰਕੇ ਇਸ ਸਮੱਸਿਆ ਦੀ ਗ੍ਰੈਵਿਟੀ ਨੂੰ ਸਮਝਣਾ ਚਾਹੀਦਾ ਹੈ। ਇਹ ਸਟਰਗਲ ਹੁਣ ਸੌਖੀ ਨਹੀਂ ਹੈ। ਇਸ ਵਕਤ ਉਹ ਇਹ ਸਾਰੀਆਂ ਗੱਲਾਂ ਕਿਉਂ ਜਿਹੜੀਆਂ ਸਾਡੇ 'ਤੇ ਲਾਗੂ ਕਿਉਂ ਕਰ ਰਹੇ ਆ, ਇਹ ਵੀ ਆਪਣੇ ਲਈ ਸਮਝਣ ਦਾ ਮਸਲਾ ਹੈ। ਦੇਸ਼ ਦੀ ਟੋਟਲ ਸਿਚੁਏਸ਼ਨ ਕਿੱਥੇ ਆ ਅਤੇ ਸਾਡੀ ਸਿਚੁਏਸ਼ਨ ਕਿਆ ਹੈ, ਉਹ ਕਈ ਵਾਰ ਖਤਾ ਖਾ ਜਾਂਦੇ। ਉਹਨਾਂ ਨੇ ਇਹ ਸਮਝਿਆ ਕਿ ਇਹਨਾਂ ਨੂੰ ਅਸੀਂ ਇੱਕ ਡਰੀਮ ਦਿੱਤਾ ਸੀਗਾ ਅਤੇ ਜਿਸ ਡਰੀਮ ਦੇ ਚੱਲਦਿਆਂ ਇਹ ਪਦਾਰਥਵਾਦੀ ਹੋ ਗਏ ਆ। ਇਹਨਾਂ ਦੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਖੰਭ ਨਿਕਲ ਆਏ ਆ ਅਤੇ ਇਹ ਸਾਰੇ ਪੰਜਾਬ 'ਚੋਂ ਚਲੇ ਗਏ। ਇਸ ਗੱਲ ਦੇ ਵਿੱਚ ਉਹ ਐਨਾਲਿਸਿਸ ਦੇ ਵਿੱਚ ਸਹੀ ਸਾਬਤ ਹੋ ਸਕਦੇ। ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਸਾਲ ਕੁ ਭਰ ਖੇਤੀਬਾੜੀ ਮਹਿਕਮੇ ਦੀ ਸਲਾਹਕਾਰ ਕਮੇਟੀ 'ਚ ਰਿਹਾ, ਤਾਂ ਉਸ ਵਕਤ ਮੈਨੂੰ ਜਾਣ ਦਾ ਮੌਕਾ ਮਿਲਦਾ ਰਿਹਾ ਪਿੰਡਾਂ ਦੇ ਕਿਸਾਨਾਂ ਦੇ ਕੈਂਪਾਂ ਦੇ ਵਿੱਚ। ਇੱਕ ਦਿਨ ਮੈਂ ਵੈਸੇ ਹੀ ਬੈਠਾ ਉਹ ਰਜਿਸਟਰ ਦੇ ਵਿੱਚ ਹਾਜ਼ਰੀ ਦੇਖਣ ਲੱਗ ਗਿਆ। 62 ਜਣੇ ਉਸ ਕੈਂਪ ਦੇ ਵਿੱਚ ਸੀਗੇ ਅਤੇ 62 ਦੇ ਵਿੱਚੋਂ ਸਿਰਫ 4 ਬੰਦੇ ਸੀਗੇ ਜਿਹੜੇ 40 ਸਾਲ ਜਾਂ 40 ਸਾਲ ਤੋਂ ਥੱਲੇ ਸੀਗੇ। ਬਾਕੀ 58 ਬੰਦੇ 55 ਸਾਲ ਤੋਂ ਉੱਤੇ ਵਾਲੇ ਸੀਗੇ। ਜਦੋਂ ਇਹ ਡਾਟਾ ਗਿਆ ਦੇਖਦੇ ਉਹਨਾਂ ਨੂੰ ਲੱਗਦਾ ਵੀ ਸਾਡਾ ਕੰਮ ਠੀਕ ਹੋ ਗਿਆ, ਇੱਥੇ ਇਕੱਲੇ ਬੁੱਢੇ ਰਹਿ ਗਏ ਆ, ਬੁੱਢੇ ਲੜਨ ਜੋਗੇ ਨਹੀਂ ਹਨ
ਜਿਹੜੇ ਨੌਜਵਾਨ ਹੈ ਉਹਨਾਂ ਦੇ ਅੰਦਰ ਇਹ ਸੁਪਨਾ ਘਰ ਕਰ ਗਿਆ। ਪਰ ਉਹ ਇਹ ਗੱਲ ਨਹੀਂ ਜਾਣਦੇ ਕਿ ਜਿਹੜਾ ਪੰਜਾਬ ਦਾ ਸਿੱਖ ਹੈ ਜਾਂ ਦੁਨੀਆ ਦਾ ਜਿਹੜਾ ਸਿੱਖ ਹੈ ਉਹਦਾ ਜਿਹੜਾ ਸਭ ਤੋਂ ਡੂੰਘਾ ਤੇ ਸਭ ਤੋਂ ਗੂੜਾ ਰੰਗ ਹੈ ਉਹ ਸਿੱਖੀ ਦੇ ਵਿੱਚ ਭਿੱਜਿਆ ਹੋਇਆ। ਉਹਦੇ ਉੱਤੇ ਕੋਈ ਅਰਥਚਾਰਾ, ਕੋਈ ਪੈਸਾ, ਕੋਈ ਸ਼ੌਹਰਤ, ਕੋਈ ਲਾਲਚ ਅਸਰ ਨਹੀਂ ਕਰਦਾ ਹੈ। ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਗੁਰੂ ਦਾ ਟਾਈਮ ਲੰਘ ਗਿਆ ਹੈ। ਉਸ ਐਸੇ ਸਿੱਖ ਲੰਘ ਗਏ ਨੇ ਜਿਹੜੇ ਲਾਲਚਾਂ ਦੇ ਵਿੱਚ ਨਸ ਵਿਕੇ। ਉਹ ਇਸ ਭੁਲੇਖੇ 'ਚ ਹੈ। ਗੁਰੂ ਦਾ ਟਾਈਮ ਨਾ ਕਦੇ ਲੰਘਿਆ ਨਾ ਕਦੇ ਲੰਘਣਾ। ਇਹ ਪੰਜਾਬ ਸਦਾ ਗੁਰੂ ਦੇ ਵਕਤ ਦੇ ਵਿੱਚ ਜੀਣਾ। ਇੱਥੇ ਚਾਹੇ ਜਿੰਨੇ ਮਰਜ਼ੀ ਅਸੀਂ ਪੈਸੇ ਦੇ ਆਲੇ ਹੋ ਜਾਈਏ, ਸਾਡੀ ਜਿਹੜੀ ਸਭ ਤੋਂ ਡੂੰਘੀ ਰਗ ਹੈ ਉਹ ਸਿੱਖੀ ਦੇ ਵਿੱਚ ਭਿੱਜੀ ਹੋਈ ਆ। ਉਹ ਸ਼ਹੀਦਾਂ ਦੇ ਖੂਨ ਦੇ ਵਿੱਚ ਭਿੱਜੀ ਹੋਈ ਆ। ਅਸੀਂ ਉਸ ਸੋਮੇ ਤੋਂ ਲੈ ਕੇ ਸਟਰਗਲ ਕਰ ਰਹੇ। ਅੱਜ ਵੀ ਸ਼ਾਇਦ ਸਟੇਟ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀਗਾ ਕਿ ਇਹ ਸਟਰਗਲ ਇੰਨੀ ਵੱਡੀ ਉੱਠ ਖੜੇਗੀ। ਉਹਨਾਂ ਨੂੰ ਅੰਦਾਜ਼ੇ ਕਿਉਂ ਗਲਤ ਹੁੰਦੇ ਆ? 84 'ਚ ਵੀ ਉਹਨਾਂ ਨੂੰ ਇਹੀ ਅੰਦਾਜ਼ਾ ਗਲਤ ਹੋਇਆ ਸੀਗਾ ਕਿਉਂਕਿ ਉਸ ਆਪਣੇ ਹਿਸਾਬ ਦੇ ਨਾਲ ਸਾਨੂੰ ਸੋਚਦੇ। ਜਿੱਦਾਂ ਮਹਾਰਾਜ ਕਹਿੰਦੇ ਨੇ ਕਿ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਜੇ ਉਹ ਆਪ ਪੰਜਾਂ ਬਕਾਰਾਂ ਦੇ ਰੋਗੀ ਆ ਤੇ ਉਸ ਰੋਗੀ ਦੇ ਹਿਸਾਬ ਨਾਲ ਉਹ ਸਾਨੂੰ ਸਮਝਦੇ ਵੀ ਇਹ ਵੀ ਸ਼ਾਇਦ ਰੋਗੀ। ਇੱਥੋਂ ਹੀ ਗਲਤੀ 84 'ਚ ਹੋਈ ਸੀਗੀ, ਇੱਥੋਂ ਹੀ ਅੰਗਰੇਜ਼ਾਂ ਨੂੰ ਗਲਤੀ ਹੋਈ ਸੀਗੀ, ਇੱਥੋਂ ਹੀ ਹੁਣ ਇਹਨਾਂ ਨੂੰ ਹੋਈ। ਪਰ ਇਹ ਜਾਣੋ ਕਿ ਇਹ ਜਿਹੜੀ ਪੰਜਾਬ ਦੀ ਸਟਰਗਲ ਹੈ ਇਹ ਨਾ ਕਿਸੇ ਜਥੇਬੰਦੀਆਂ ਦੀ ਮੁਹਤਾਜ ਹੈ, ਨਾ ਇਹ ਪਰਸਨੈਲਿਟੀਆਂ ਦੀ ਮੁਹਤਾਜ ਹੈ। ਇਹ ਇੱਕੋ ਚੀਜ਼ ਦੀ ਮੁਹਤਾਜ ਹੈ ਕਿ ਗੁਰੂ ਦੇ ਪੈਂਡੇ ਕਿਹੜਾ ਚੱਲਦਾ। ਜਿਹੜਾ ਗੁਰੂ ਦੇ ਪੈਂਡੇ ਚੱਲਦਾ ਉਸ ਨੂੰ ਨਮਸਕਾਰ ਹੋਣੀ ਹੈ। ਜਿਹੜਾ ਗੁਰੂ ਦੇ ਪੈਂਡੇ ਤੋਂ ਇੱਧਰ ਖਿਸਕਿਆ, ਜਥੇਬੰਦੀ ਇੱਧਰ ਖਿਸਕੀ, ਉਹਦਾ ਇਤਿਹਾਸ ਕੋਈ ਰਿਹਾ ਹੋਵੇ, ਉਹਨੂੰ ਪੰਜਾਬ 'ਚ ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ ਹੈ। ਮੈਂ ਪੁਰਾਣੇ ਇਤਿਹਾਸ ਦੀ ਗੱਲ ਨਹੀਂ ਕਰਦਾ ਹੈ, ਮੈਂ ਹੁਣ ਦੇ ਇਤਿਹਾਸ ਦੀ ਗੱਲ ਕਰਦਾ। ਮੇਰੀ ਤੁਹਾਡੀ ਜ਼ਿੰਦਗੀ 'ਚ ਅਸੀਂ ਕਿੰਨੇ ਮੋਰਚੇ ਦੇਖੇ ਨੇ। ਉਹ ਮੋਰਚਿਆਂ ਦੇ ਵਿੱਚ ਬੜੇ ਲਾਮਿਸਾਲ ਹਮਾਇਤ ਦੇਖੀ ਆਪਾਂ। ਉਹ ਹਮਾਇਤ ਕਿੱਦਣ ਤੱਕ ਸੀਗੀ? ਉਹ ਹਮਾਇਤ ਉਦਣ ਤੱਕ ਸੀਗੀ ਜਿਸ ਦਿਨ ਤੱਕ ਤੁਸੀਂ ਨਿਸ਼ਕਾਮ ਰਹਿ ਕੇ ਪੰਥ ਦੇ ਲਈ, ਪੰਜਾਬ ਦੇ ਲਈ ਸਟਰਗਲ ਦੇ ਪਿੜ 'ਚ ਹੈ। ਜਿਸ ਦਿਨ ਤੁਸੀਂ ਘੋੜੇ ਦੀ ਕਾਠੀ ਤੋਂ ਉਤਰੇ, ਜਿਸ ਦਿਨ ਤੁਹਾਡਾ ਪੈਰ ਰਕਾਬ 'ਚੋਂ ਨਿਕਲਿਆ, ਜਿਸ ਦਿਨ ਤੁਸੀਂ ਆਪਣੇ ਮਨ ਦੇ ਵਿੱਚ ਸਟਰਗਲ ਤੋਂ ਬਾਹਰ ਜਾਣ ਦੀ ਗੱਲ ਸੋਚੀ, ਉਸੇ ਦਿਨ ਤੁਸੀਂ ਸਟਰਗਲ ਦੇ ਪਿੜ ਤੋਂ ਬਾਹਰ ਹੋਵੋਗੇ ਤੇ ਇੱਥੇ ਨਵੀਂ ਡਾਰ ਲੀਡਰਾਂ ਦੀ ਆਏਗੀ। ਆਖਰੀ ਬੇਨਤੀ ਮੈਂ ਇਹ ਕਰਨੀ ਕਿ ਇਸ ਸਮੱਸਿਆ ਦੀ ਜੜ ਪੋਲਿਟਿਕਸ 'ਚ ਹੈ। ਤੋ ਜਿਸ ਚੀਜ਼ ਦੀ ਬਿਮਾਰੀ ਹੋਏ ਉਸ ਚੀਜ਼ ਦੀ ਦਵਾ ਦੇਣੀ ਪੈਂਦੀ। ਇਹ ਫਾਈਟ ਵੀ ਪੋਲੀਟੀਕਲ ਹੈ, ਪਰ ਪੋਲਿਟਿਕਸ ਦੇ ਬੜੇ ਪੜਾਅ ਤੇ ਬੜੇ ਰੰਗ ਨੇ। ਇੱਕ ਪੋਲਿਟਿਕਸ ਦਾ ਜਿਹੜਾ ਸਭ ਤੋਂ ਮਸ਼ਹੂਰ ਰੰਗ ਹੈ ਪੰਜਾਬ 'ਚ, ਉਹ ਪੰਜਾਬ ਦੀ ਸੂਬੇਦਾਰੀ ਦੀ ਪੋਲਿਟਿਕਸ ਦਾ ਰੰਗ ਹੈ। ਸੂਬੇਦਾਰ ਕੌਣ ਹੁੰਦਾ ਹੈ? ਸੂਬੇਦਾਰ ਉਹ ਹੁੰਦਾ ਹੈ ਜਿਹੜਾ ਪਾਤਸ਼ਾਹ ਨੂੰ ਖਿੱਲਤ ਦੇ ਕੇ ਆਪਣੇ ਸਿਰ ਤੇ ਉਹਦੇ ਛਤਰ ਤੇ ਉਹਦੇ ਥਾਪੀ ਲੈ ਆਪਣੇ ਆਪ ਨੂੰ, ਉਹਦੀ ਆਪ ਦੀ ਮਰਜ਼ੀ ਨਹੀਂ ਹੁੰਦੀ। ਜਿੱਦਾਂ ਜ਼ਕਰੀਆ ਖਾਨ ਹੈ, ਜ਼ਕਰੀਆ ਖਾਨ ਇੱਥੇ ਦਾ ਸੂਬੇਦਾਰ ਰਿਹਾ ਹੈ। ਪੰਜਾਬ ਦੇ ਨਾਲ ਕਿੱਦਾਂ ਨਿਬੜਨਾ ਹੈ ਜ਼ਕਰੀਆ ਖਾਨ ਦੀ ਪਾਲਿਸੀ ਨਹੀਂ ਸੀਗੀ, ਇਹ ਦਿੱਲੀ ਤਖਤ ਦੀ ਪਾਲਿਸੀ ਸੀਗੀ। ਇੱਥੇ ਡਾਇਰ ਉਡਵਾਇਰ ਆਏ ਨੇ, ਉਹ ਪੰਜਾਬ ਦੇ ਸੂਬੇਦਾਰ ਸੀਗੇ। ਕਿੱਦਾਂ ਨਿਬੜਨਾ ਹੈ ਪੰਜਾਬ ਨਾਲ, ਉਹਨਾਂ ਦੀ ਪਾਲਿਸੀ ਨਹੀਂ ਸੀਗੀ, ਇਹ ਬ੍ਰਿਟਿਸ਼ ਗਵਰਨਮੈਂਟ ਦੀ ਪਾਲਿਸੀ ਸੀਗੀ। ਇੱਥੇ ਕੈਰੋਂ ਆਇਆ ਹੈ, ਇੱਥੇ ਬਾਦਲ ਆਏ ਨੇ, ਇੱਥੇ ਅਮਰਿੰਦਰ ਆਇਆ ਹੈ, ਇੱਥੇ ਜੈਲ ਸਿੰਘ ਆਇਆ ਹੈ, ਦਰਬਾਰਾ ਆਇਆ, ਬੇਅੰਤਾ ਆਇਆ, ਸਾਰੇ ਸੂਬੇਦਾਰ ਬਣ ਕੇ ਆਏ। ਕਿਸੇ ਦੀ ਮਰਜ਼ੀ ਨਹੀਂ ਚੱਲੀ ਹੈ ਇੱਥੇ। ਜਿਹੜਾ ਸੂਬੇਦਾਰ ਹੈ ਉਹਨੇ ਆਪਣੇ ਤਖਤ ਵਾਲੇ ਜਿਹੜੇ ਬਾਦਸ਼ਾਹ ਨੇ ਉਹਨਾਂ ਦੀ ਮਰਜ਼ੀ ਲਾਗੂ ਕਰਨੀ ਹੁੰਦੀ। ਇੱਕ ਐਗਜ਼ਾਮਪਲ ਦਊਂਗਾ ਦਰਬਾਰਾ ਸਿੰਘ ਦੀ। 81 ਦੇ ਵਿੱਚ ਨਹਿਰ ਦਾ ਮਸਲੇ ਦਾ ਕੇਸ ਸੁਪਰੀਮ ਕੋਰਟ ਚੱਲ ਰਿਹਾ ਸੀਗਾ। ਕਾਨੂੰਨ ਦੇ ਮੁਤਾਬਕ ਸਾਰੇ ਹਾਲਾਤ ਇਹ ਸੀਗੇ ਕਿ ਪੰਜਾਬ ਨੇ ਉਹ ਕੇਸ ਜਿੱਤ ਜਾਣਾ। 80 ਦੇ ਵਿੱਚ ਸਰਕਾਰ ਸੈਂਟਰ 'ਚ ਕਾਂਗਰਸ ਦੀ ਆ ਗਈ, ਹਰਿਆਣੇ, ਪੰਜਾਬ ਤੇ ਰਾਜਸਥਾਨ 'ਚ ਵੀ ਕਾਂਗਰਸ ਦੀ ਆ ਗਈ। ਤੋ ਪੰਜਾਬ ਦੀ ਬਰਬਾਦੀ ਦੇ ਲਈ ਇੰਡੀਆ ਦੀ PM ਨੇ ਤਿੰਨੇ ਹੀ ਚੀਫ ਮਿਨਿਸਟਰ ਪੰਜਾਬ ਸੱਦੇ ਨੇ, ਤੇ ਤਿੰਨੇ ਚੀਫ ਮਿਨਿਸਟਰ ਪੰਜਾਬ ਸੱਦ ਕੇ
ਦਰਬਾਰਾ ਸਿੰਘ ਨੂੰ ਕਿਹਾ ਹੈ ਕਿ ਤੂੰ ਆਊਟ ਆਫ ਕੋਰਟ ਸਮਝੌਤਾ ਕਰ ਕਿ ਮੈਂ 86 ਲੱਖ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦੇਣਾ। ਉਦੋਂ ਪਹਿਲਾਂ ਤੱਕ ਪੰਜਾਬ ਨੇ ਕੋਈ ਕਾਨੂੰਨੀ ਸਮਝੌਤਾ ਨਹੀਂ ਕੀਤਾ ਸੀਗਾ। 61 ਤੋਂ ਲੈ ਕੇ 82 ਤੱਕ ਵੈਸੇ ਹੀ ਪਾਣੀ ਜਾਂਦਾ ਰਿਹਾ। ਦਰਬਾਰਾ ਸਿੰਘ ਨੇ ਨਾਂਹ ਕਰ ਦਿੱਤੀ। ਉਹ ਕਹਿੰਦੀ ਕੋਈ ਗੱਲ ਨਹੀਂ। ਦਰਬਾਰਾ ਸਿੰਘ ਨਾਂਹ ਕਰਕੇ ਪੰਜਾਬ ਭਵਨ ਪਹੁੰਚਿਆ ਨਾ ਸਹਿ ਉਨੇ ਟਾਈਮ ਨੂੰ ਉਹ ਪੰਜਾਬ ਪ੍ਰਦੇਸ਼ ਦੀ ਜਿਹੜੇ ਕਾਂਗਰਸ ਦੀ ਪੰਜਾਬ ਪ੍ਰਦੇਸ਼ ਦੀ ਕਮੇਟੀ ਸੀਗੀ ਉਹਦੀ ਪ੍ਰਧਾਨਗੀ ਤੋਂ ਲਾ ਦਿੱਤਾ ਉਹਨੇ। ਦੂਜੇ ਦਿਨ ਸਵੇਰ ਨੂੰ ਕਿਹਾ ਕਿ ਮੁੱਖ ਮੰਤਰੀ ਵੀ 10 ਖੜੇ ਨੇ, ਤੂੰ ਨਹੀਂ ਸਾਈਨ ਕਰੇਗਾ ਮੈਂ ਕਿਸੇ ਹੋਰ ਕੋਲੋਂ ਕਰਾ ਲੇਂਗੀ। ਤੇ ਉਹ ਬੀਬੀ ਕਹਿੰਦੀ ਕਿ ਤੂੰ ਕੋਈ ਪਾਵਰ ਦਾ ਆਨੰਦ ਮਾਨਣਾ ਤਾਂ ਭਾਈ ਸਾਈਨ ਕਰ ਦੇ। ਜਿੱਦਾਂ ਤੈਨੂੰ ਮੈਂ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਇਆ ਤੇ ਪੰਜਾਬ 'ਚ ਕਿਸੇ ਨੇ ਉਜਰ ਨਹੀਂ ਕੀਤੀ, ਮੁੱਖ ਮੰਤਰੀ ਲੈ ਆ ਵੀ ਤੇਰੀ ਕੋਈ ਉਜਰ ਨਹੀਂ ਹੋਣੀ, ਸਾਈਨ ਇਹ ਹੋਣਾ ਹੀ ਨੇ। ਤੇ ਉਹਨੇ ਇਹ ਗੱਲ ਔਨ ਰਿਕਾਰਡ ਮੰਨੀ। ਪੱਤਰਕਾਰ ਸੁਖਦੇਵ ਸਿੰਘ ਅਜੇ ਵੀ ਜਿਉਂਦੇ ਨੇ, ਇੰਗਲਿਸ਼ ਟ੍ਰਿਬਿਊਨ ਦੇ ਪੱਤਰਕਾਰ, ਉਹਨਾਂ ਨੂੰ ਪੁੱਛ ਲਿਓ। ਉਹ ਕਹਿੰਦੇ ਮੈਂ ਦਰਬਾਰਾ ਸਿੰਘ ਨੂੰ ਪੁੱਛਿਆ ਵੀ ਇਹ ਤੁਸੀਂ ਪੰਜਾਬ ਨਾਲ ਗਦਾਰੀ ਕਿਉਂ ਕੀਤੀ? ਉਹ ਕਹਿੰਦਾ ਗਨ ਪੁਆਇੰਟ ਦੇ ਨਾਲ ਕਰਾਈ। ਤਾਂ ਇੰਨੀ ਕੁ ਹੈਸੀਅਤ ਹੈ ਸੂਬੇਦਾਰ ਦੀ। ਇੱਕ ਐਗਜ਼ਾਮਪਲ ਮੈਂ ਹੋਰ ਦੇਣੀ ਚਾਹਨਾ, ਉਹ ਸਰਦਾਰ ਕਪੂਰ ਸਿੰਘ ਦੀ। 67 ਤੱਕ ਅਕਾਲੀ ਦਲ ਨੂੰ ਇਹ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਰਾਜ ਕਰ ਲਈਏ, ਅਸੀਂ ਪੰਜਾਬੀ ਸੱਭਿਆਚਾਰ, ਸਿੱਖੀ, ਪੰਜਾਬ ਦੇ ਬਾਰੇ ਪਤਾ ਨਹੀਂ ਕਿਆ ਪੰਜਾਬ ਨੂੰ ਅਸੀਂ ਬਣਾ ਦਿਆਂਗੇ। 67 ਸਰਕਾਰ ਬਣ ਗਈ। ਸਰਕਾਰ ਬਣੇ ਤੋਂ ਪਤਾ ਲੱਗਾ ਵੀ ਇੱਥੇ ਤਾਂ ਪਾਵਰ ਹੀ ਕੋਈ ਨਹੀਂ। ਤੇ ਜਦੋਂ ਦੂਜੀ ਵਾਰ ਸਰਕਾਰ ਬਣੀ, ਸਰਦਾਰ ਕਪੂਰ ਸਿੰਘ ਨੂੰ ਕਿਹਾ ਕਿ ਤੁਸੀਂ ਮੁੱਖ ਮੰਤਰੀ ਬਣ ਜਾਓ। ਉਹ ਕਹਿੰਦੇ ਮੈਂ ਮੁੱਖ ਮੰਤਰੀ ਬਣ ਕੇ ਬਦਨਾਮੀ ਨਹੀਂ ਕਰਾਣੀ ਹੈ, ਮੇਅਰ ਜਿੰਨੀ ਤਾਕਤ ਨਹੀਂ ਹੈ ਮੁੱਖ ਮੰਤਰੀ ਕੋਲ। ਜਿਸ ਅਹੁਦੇ 'ਤੇ ਬਿਠਾ ਦਿਓ ਉਹ ਅਹੁਦੇ ਦੀ ਤਾਕਤ ਵਰਤਣ ਦੀ ਤਾਕਤ ਤੁਹਾਡੇ ਕੋਲ ਹੈ ਨਹੀਂ। ਤੇ ਕਹਿੰਦਾ ਮੈਂ ਬਦਨਾਮੀ ਕਿਉਂ ਕਰਾਵਾਂ। ਉਹ ਕਹਿੰਦੇ ਮੁੱਖ ਮੰਤਰੀ ਤਾਂ ਬਣੂੰਗਾ ਜੇ ਹੱਕ ਸਾਡੇ ਕੋਲ ਹੋਣਗੇ। ਉਸ ਦਿਨ ਤੋਂ ਬਾਅਦ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਆਂਦਾ ਵੀ ਪਹਿਲਾਂ ਵੱਧ ਹੱਕ ਲਵਾਂਗੇ ਫਿਰ ਮੁੱਖ ਮੰਤਰੀ ਬਣ ਜਾਵਾਂਗੇ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ 1970 ਦੇ ਵਿੱਚ ਸੂਬਿਆਂ ਕੋਲ ਹੱਕ ਜ਼ਿਆਦਾ ਸੀਗੇ ਕਿ ਅੱਜ ਨੇ। ਅੱਜ ਤਾਂ ਜਿਹੜੇ ਕੋਈ 70 'ਚ ਸੀਗੇ 2-4 ਉਹ ਵੀ ਨਹੀਂ ਰਹੇ। ਆਪਾਂ ਗੱਲ ਪੰਚਾਇਤ ਦੀਆਂ ਹੱਕਾਂ ਦੀ ਕਰਦੇ ਹਾਂ, ਜ਼ਿਲ੍ਹਾ ਪ੍ਰੀਸ਼ਦ ਦੇ ਹੱਕਾਂ ਦੀਆਂ ਕਰਦੇ ਹਾਂ। ਬਹੁਤ ਭੋਲੇ ਆ, ਹੂ ਕੇਅਰਸ। ਪੰਚਾਇਤ ਦੇ ਐਕਟ ਦੇ ਵਿੱਚ ਬਹੁਤ ਸੋਹਣੀਆਂ 29 ਡਿਪਾਰਟਮੈਂਟ ਲਿਖੇ ਹੋਏ ਵੀ ਪੰਚਾਇਤ ਇਹਨਾਂ 29 ਚੀਜ਼ਾਂ 'ਤੇ ਕੰਮ ਕਰ ਸਕਦੀ ਹੈ। ਪਰ ਉਹਦੇ ਲਾਅ ਵੀ ਪੜ੍ਹਿਓ, ਉਹਦੇ ਜਿਹੜੇ ਨਿਯਮ ਬਣੇ ਹੋਏ ਉਹ 29 ਚੋਂ 4 ਦੇ ਉੱਤੇ ਹੀ ਤੁਸੀਂ ਪੈਸਾ ਖਰਚ ਸਕਦੇ, ਉਹ ਵੀ ਕਿੰਨਾ ਆਪਣੀ ਮਰਜ਼ੀ ਨਾਲ। 999 ਰੁਪਈਏ ਪੰਜਾਬ ਦੇ ਵਿੱਚ ਸਰਪੰਚ ਆਪਣੀ ਮਰਜ਼ੀ ਨਾਲ ਪੈਸਾ ਖਰਚ ਸਕਦਾ। ਜਿਸ ਦਿਨ 5 ਡਿਜਿਟ ਹੋ ਗਈ ਤੁਹਾਨੂੰ ਅਫਸਰ ਤੋਂ ਮਨਜ਼ੂਰੀ ਲੈਣੀ ਪੈਂਦੀ, ਤੇ ਅਫਸਰਾਂ ਦੀ ਮਨਜ਼ੂਰੀ ਲਈ ਤੁਹਾਨੂੰ ਕਿਸੇ ਦੀ ਲੱਤ ਥੱਲੇ ਲੰਘਣਾ ਪੈਂਦਾ। ਉਹ ਸਾਰਾ ਪ੍ਰੋਸੈਸ ਤੁਸੀਂ ਜਾਣਦੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਇਹ ਪਿੜ ਖਾਲੀ ਛੱਡ ਦਿਓ। ਇਹ ਪਿੜ ਭਰਨ ਵਾਲੇ ਜਿਹੜੇ ਇਹ ਕਹਿੰਦੇ ਕਿ ਅਸੀਂ ਸੂਬੇਦਾਰੀ ਰਾਹੀਂ ਪੰਜਾਬ ਦੇ ਵਿੱਚ ਫਾਇਦਾ ਕਰ ਦਿਆਂਗੇ, ਮੈਂ ਕਹਿੰਦਾ ਕਿ ਉਹ ਆਪਸ਼ਨਾਂ 80 'ਚ 70 'ਚ 90 'ਚ ਕੁਛ ਸੀਗੀਆਂ, ਹੁਣ ਨਹੀਂ ਹਨ। ਜੋ ਰਜੀਮ 2014 ਤੋਂ ਆਈ ਆ ਉਹਨੇ ਵੱਡੀਆਂ ਪ੍ਰਿੰਸੀਪਲ ਪਾਰਟੀਆਂ ਦੀ ਜੋ ਹਾਲਾਤ ਕੀਤੀ ਆ ਤੇ ਜੋ ਸੂਬਾ ਸਰਕਾਰਾਂ ਦੇ ਹਾਲਾਤ ਕੀਤੇ ਆ, ਉਹਦਾ ਅੰਦਾਜ਼ਾ ਤੁਸੀਂ ਜੇ ਖਬਰਾਂ ਮਾੜੀਆਂ ਜੀਆਂ ਪੜ੍ਹੋ ਤਾਂ ਉਤੋਂ ਅੰਦਾਜ਼ਾ ਲਾ ਲਓ। GST ਵਾਲਾ ਰਜੀਮ ਲਿਆ ਕੇ ਹੁਣ ਕਿਆ ਕੀਤਾ ਉਹਨਾਂ ਨੇ ਕਿ 76% ਰੈਵਨਿਊ ਸਟੇਟ ਦਾ ਸੈਂਟਰ ਤੋਂ ਆਉਂਦਾ, ਉਹ ਮਰਜ਼ੀ ਨਾਲ ਬੰਦ ਕਰ ਦਿੰਦੇ ਆ। 6 ਸ਼ਰਤਾਂ ਬਣਾ ਕੇ ਤੁਹਾਨੂੰ ਦਿੰਦੇ ਆ, ਉਹ ਵੀ ਸਾਲ ਬਾਅਦ ਦਿੰਦੇ ਆ। 76% ਰੈਵਨਿਊ ਸੈਂਟਰ ਦਿੰਦਾ ਤੁਹਾਨੂੰ। ਤੁਹਾਡੇ ਕੋਲ ਪੈਸਾ ਹੀ ਨਹੀਂ ਹੈ ਤਾਂ ਤੁਸੀਂ ਇੰਪਲੀਮੈਂਟ ਕਿਆ ਕਰਨਾ। ਉਹਦੇ ਵਿੱਚ ਬਹੁਤ ਘੱਟ ਆਪਸ਼ਨਾਂ ਰਹਿ ਗਈਆਂ ਨੇ ਹੁਣ। ਪਰ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਯੂਪੀ ਬਿਹਾਰ 'ਚੋਂ ਲਿਆ ਕੇ ਕਿਸੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ। ਬਣਨਾ ਆਪਣਾ ਹੀ ਚਾਹੀਦਾ। ਕਿ ਉਹ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਆਪਣੇ ਨੂੰ ਗੱਦੀ 'ਤੇ ਬਿਠਾਉਣਾ ਚਾਹੀਦਾ ਵੀ ਜੇ ਉਹ ਮਾਰੇ ਵੀ ਤਾਂ ਘੱਟੋ ਘੱਟ ਛਾਵੇਂ ਲਿਜਾ ਕੇ ਮਾਰਦਾ, ਧੁੱਪੇ ਨਹੀਂ ਮਾਰਦਾ। ਆਪਣਾ ਹੀ ਬਣਾ ਲਓ, ਪਰ ਇੱਕ ਸਿਸਟਮ ਆਪਣਾ ਬਣਾਉਣ ਤੋਂ ਪਹਿਲਾਂ ਕ੍ਰੀਏਟ ਕਰੋ। ਉਹ ਸਿਸਟਮ ਕਾਹਦਾ ਹੈ? ਉਹ ਸਿਸਟਮ ਇਹ ਆ ਕਿ ਪੋਲੀਟਿਕਸ ਜਿਹੜੀ ਰਾਜਨੀਤਿਕ ਸੱਤਾ ਹੈ ਇਹ ਲੁੰਡਾ ਹਾਥੀ ਹੁੰਦੀ। ਜੇ ਇਹਨੂੰ ਕਾਬੂ ਕਰਨ ਦਾ ਤੁਹਾਡੇ ਕੋਲ ਪ੍ਰਬੰਧ ਨਹੀਂ ਹੈ ਤਾਂ ਲੁੰਡਾ ਹਾਥੀ ਤੁਹਾਡੇ 'ਤੇ ਹੀ ਚੜ੍ਹ ਜਾਂਦਾ ਆ ਕੇ। ਉਹ ਤੁਸੀਂ ਦੇਖ ਲਿਆ ਹੁਣ, ਸਾਡੇ ਹੀ ਆਪਣੇ 'ਤੇ ਆ ਚੜ੍ਹੇ ਨੇ। ਉਹ ਕਿਉਂ ਚੜ੍ਹੇ ਨੇ? ਕਿਉਂਕਿ ਸਾਡੇ ਕੋਲ ਉਸ ਲੁੰਡੇ ਹਾਥੀ ਨੂੰ ਕਾਬੂ ਕਰਨ ਦੇ ਪ੍ਰਬੰਧ ਹੈ ਜਿਹੜੇ ਉਹ ਟੁੱਟ ਗਏ ਨੇ। ਉਹ ਪ੍ਰਬੰਧ ਕਿੱਦਾਂ ਬਣਿਆ ਉਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ। ਸੰਤ ਜਰਨੈਲ ਸਿੰਘ ਹੋਏ ਨੇ, ਇਸ਼ੂ
ਤੈਅ ਹੋਇਆ ਕਿ ਆਪਾਂ ਵੱਧ ਅਧਿਕਾਰ ਲੈਣੇ ਨੇ। ਇਸ਼ੂ ਜਿਹੜਾ ਸੀਗਾ ਉਹ ਪੰਜਾਬ ਦੇ ਲੋਕਾਂ ਦੀ ਮੰਗ ਸੀਗੀ। ਪੰਜਾਬ ਦੇ ਲੋਕਾਂ ਨੇ ਉਹ ਮਤਾ ਪਾਸ ਕੀਤਾ ਰਲ ਕੇ ਕਿ ਅਸੀਂ ਵੱਧ ਅਧਿਕਾਰ ਲੈਣੇ ਨੇ, ਇਹ ਘੱਟ ਅਧਿਕਾਰ ਸਾਡੇ ਲਈ ਨਾ ਕਾਫੀ। ਸੰਤ ਜਰਨੈਲ ਸਿੰਘ ਹੋਣਾ ਨੇ ਪੋਲੀਟੀਕਲ ਕਲਾਸ ਨੂੰ ਦੱਸਿਆ ਹੈ, ਭਾਈ ਲੋਕਾਂ ਦੀ ਭਾਵਨਾ ਆਹ ਆਨੰਦਪੁਰ ਸਾਹਿਬ ਦਾ ਮਤਾ ਹੈ, ਜੇ ਤੁਸੀਂ ਸਟਰਗਲ ਕਰਨੀ ਆ ਤਾਂ ਆਹ ਮੁੱਦਾ ਹੈ। ਤੋ ਮੁੱਦਾ ਅਕਾਲੀ ਦਲ ਲਿਆ ਕੇ ਲਾਇਆ, ਸੰਤ ਜਰਨੈਲ ਸਿੰਘ ਨਹੀਂ ਲਾਇਆ। ਮੁੱਦੇ ਉਸ ਮੋਰਚੇ ਦਾ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਹੈ, ਸੰਤ ਜਰਨੈਲ ਸਿੰਘ ਨਹੀਂ ਸਨ। ਬਟ ਸੰਤ ਜਰਨੈਲ ਸਿੰਘ ਨੇ ਉਹ ਮੁੱਦਾ ਤੈਅ ਕਰਨ ਤੋਂ ਬਾਅਦ ਪਹਿਰੇਦਾਰੀ ਰੱਖੀ, ਆਪਣੀ ਖੀਸੇ ਦੀ ਇੱਕ ਜੇਬ ਦੇ ਵਿੱਚ ਆਨੰਦਪੁਰ ਸਾਹਿਬ ਦਾ ਉਹ ਇੱਕ ਪੰਨੇ ਦਾ ਮਤਾ ਰੱਖਿਆ ਕਿ ਇਸ ਮਤੇ ਦੇ ਉੱਤੇ ਸਮਝੌਤਾ ਹੋਣਾ, ਜੇ ਇਸ ਮਤੇ ਤੋਂ ਤੁਸੀਂ ਅੱਗੇ ਜਾਓਗੇ, ਇਦੋਂ ਥੱਲੇ ਕੁਛ ਲਾਓਗੇ ਤਾਂ ਮੈਂ ਲੋਕਾਂ ਦੀ ਭਾਵਨਾ ਦੇ ਅਨੁਸਾਰ ਤੁਹਾਨੂੰ ਘੇਰਨ ਨੂੰ ਖੜਾ। ਉਹ ਦਿੱਲੀ ਮੁਲਾਕਾਤ ਨੂੰ ਨਹੀਂ ਗਏ। ਅਕਾਲੀ ਦਲ ਦੀ ਲੀਡਰਸ਼ਿਪ ਕੋਈ ਕਹਿੰਦਾ 15 ਵਾਰ ਗਈ, ਕੋਈ ਕਹਿੰਦਾ 20 ਵਾਰ ਗਈ, ਕੋਈ ਕਹਿੰਦਾ 24 ਵਾਰ ਗਈ। ਇਹ ਅਕਾਲੀ ਦਲ ਦੀ ਲੀਡਰਸ਼ਿਪ ਦੱਸ ਸਕਦੀ, ਕਈ ਜਿਉਂਦੇ ਨੇ ਅੱਜ ਵੀ, ਉਹ ਕਿੰਨੀ ਵਾਰ ਜਲੀਲ ਹੋਣ ਗਏ। ਉਹ ਨਹੀਂ ਗਏ, ਬਟ ਉਹਨਾਂ ਨੇ ਪਹਿਰੇਦਾਰੀ ਰੱਖੀ। ਅੱਜ ਜੇ ਤੁਹਾਡੇ ਕੋਲ ਪੋਲੀਟਿਕਸ ਦੀ ਪਹਿਰੇਦਾਰੀ ਦਾ ਸਿਸਟਮ ਹੈ ਤਾਂ ਇੱਥੇ ਜਿਹੜਾ ਮਾੜਾ ਪੋਲੀਟੀਸ਼ੀਅਨ ਹੈ, ਥੋੜ੍ਹੇ ਘੱਟ ਕਿਰਦਾਰ ਦਾ ਪੋਲੀਟੀਸ਼ੀਅਨ ਹੈ, ਉਹ ਵੀ ਕੰਮ ਦੇ ਜਾਏਗਾ। ਜੇ ਤੁਹਾਡੇ ਕੋਲ ਪੋਲੀਟਿਕਸ ਨੂੰ ਕੰਟਰੋਲ ਕਰਨ ਦੇ ਸਿਸਟਮ ਨਹੀਂ ਹਨ, ਜਿੰਨੇ ਮਰਜ਼ੀ ਬਿਹਤਰ ਪੋਲੀਟੀਸ਼ੀਅਨ ਲੈ ਆਇਓ, ਉਹਨਾਂ ਨੇ ਸਾਰੇ ਹੌਲੀ ਹੌਲੀ ਕਰਪਟ ਕਰ ਲੈਣੇ ਨੇ। ਅਕਾਲੀ ਦਲ ਦੀ ਇਹੀ ਸਟੋਰੀ ਆ। ਅਕਾਲੀ ਦਲ ਬੜੀ ਸਟਰਗਲ ਵਾਲੀ ਜਮਾਤ ਸੀਗੀ। 67 ਤੋਂ ਇੱਕ ਵਾਰ ਉਹ ਪਾਵਰ 'ਚ ਆ ਗਈ। ਪਾਵਰ ਜਦ ਤੁਸੀਂ ਆ ਜਾਂਦੇ ਆ, ਉਹਦਾ ਕ੍ਰਿਸ਼ਮਾ ਇੰਨਾ ਹੁੰਦਾ, ਉਹ ਛੱਡਣਾ ਆਮ ਬੰਦੇ ਲਈ ਸੌਖਾ ਨਹੀਂ ਹੋ ਜਾਂਦਾ। 67 ਤੋਂ ਬਾਅਦ ਮੁੜ ਕੇ ਪਾਵਰ 'ਚ ਕਿੱਦਾਂ ਆਉਣਾ, ਇਹਦੇ ਲਈ ਪੰਜਾਬ ਦਾ ਇੱਕ ਹਿੱਤ ਛੱਡ ਦਿਓ, ਦੂਜਾ ਹਿੱਤ ਛੱਡ ਦਿਓ, ਤੀਜਾ ਹਿੱਤ ਛੱਡ ਦਿਓ। ਇੱਕ ਹਿੱਤ ਛੱਡਦੇ ਹੋਏ 97 ਦੇ ਵਿੱਚ ਉਲਟਾ ਹੀ ਹੋ ਗਿਆ ਕੰਮ ਕਿ ਪੰਜਾਬ ਦੇ ਸਾਰੇ ਹੀ ਹਿੱਤ ਛੱਡ ਦਿਓ, ਸੈਂਟਰ ਦੇ ਸਾਰੇ ਹੀ ਲੈ ਲਓ। ਉਸ ਦਿਨ ਤੋਂ ਬਾਅਦ ਹੀ ਤੁਹਾਡੀਆਂ ਸਰਕਾਰਾਂ ਪੂਰੀਆਂ ਚੱਲੀਆਂ ਨੇ। ਜਿਸ ਦਿਨ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਕੀਤੀ ਆ, ਲੜੇ ਨਹੀਂ ਸਰਕਾਰ ਬਣਾ ਕੇ ਪੰਜਾਬ ਦੀ ਹਿੱਤ ਲਈ, ਸਿਰਫ ਗੱਲ ਕਰਦੇ ਸੀਗੇ, ਤਾਂ ਵੀ 1.5-2 ਸਾਲ ਤੋਂ ਜ਼ਿਆਦਾ ਟੱਪੀ ਨਹੀਂ ਸਰਕਾਰ। ਸੋ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਪੰਜਾਬ ਦੇ ਲਈ ਜਜ਼ਬਾ ਹੈ ਕੁਛ ਕਰਨ ਦਾ, ਉਹ ਆਪਣੇ ਆਪ ਨੂੰ ਹਾਲ ਦੀ ਘੜੀ ਉਸ ਖਾਨੇ 'ਚ ਰੱਖਣ ਜਿਹੜੇ ਪਹਿਰੇਦਾਰ ਨੇ। ਇਸ ਰਾਜ ਪ੍ਰਬੰਧ ਦੇ ਬੈਠਣ ਵਾਲੇ ਬਹੁਤ ਚੰਗੇ ਬੰਦੇ ਹੈਗੇ ਨੇ, ਐਸੀ ਗੱਲ ਨਹੀਂ ਕਿ ਮਾੜੇ ਨੇ, ਬੜੇ ਚੰਗੇ ਬੰਦੇ ਹੈਗੇ, ਇਹਨਾਂ 'ਚੋਂ ਹੀ ਬਥੇਰੇ ਹੈਗੇ। ਉਹਨਾਂ ਨੂੰ ਤੁਸੀਂ ਥਾਪੜਾ ਦੇ ਲਿਓ, ਜੇ ਤੁਸੀਂ ਪਹਿਰੇਦਾਰ ਖੜੇ ਹੋਵੋਗੇ ਉਹਨਾਂ ਨੇ ਹੀ ਬਹੁਤ ਸੋਹਣਾ ਕੰਮ ਕਰ ਲੈਣਾ। ਅੱਜ ਦੀ ਘੜੀ ਪੰਜਾਬ ਦੇ ਵਿੱਚ ਇੱਕ ਗੱਲ ਕਰਨ ਦੀ ਆ ਕਿ ਤੁਸੀਂ ਸਾਰੇ ਪੰਜਾਬ ਦੇ ਵਿੱਚ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਹਲਕੇ ਦੀ ਪੋਲੀਟਿਕਸ ਤੋਂ ਲੈ ਕੇ, ਪੰਜਾਬ ਦੀ ਪੋਲੀਟਿਕਸ ਤੱਕ ਜਿਹੜੇ ਪੋਲੀਟਿਕਸ ਦੀ ਨੂੰ ਕੰਟਰੋਲ ਸਿਹਦਤ ਕਰਨ ਵਾਲੇ ਤੇ ਉਹਦੀ ਪਹਿਰੇਦਾਰੀ ਕਰਨ ਵਾਲੇ ਪ੍ਰਬੰਧ ਖੜੇ ਕਰ ਲਓਗੇ ਤਾਂ ਮੌਜੂਦਾ ਹੀ ਪ੍ਰਬੰਧ ਦੇ ਵਿੱਚੋਂ ਕਈ ਪ੍ਰਾਪਤੀਆਂ ਹੋ ਜਾਣਗੀਆਂ। ਜੇ ਤੁਸੀਂ ਸਿੱਧੇ ਆਪ ਇਸ ਰਸਤੇ ਪਾਓਗੇ ਤੇ ਉਹਨਾਂ ਨੇ ਬਹੁਤ ਸਾਰੇ, ਉਹ ਤੁਹਾਨੂੰ ਐਡੀ ਲੰਬੀ ਡੋਰ ਦੇ ਦਿੰਦੇ ਆ ਕਿ ਉਸ ਡੋਰ ਦੇ ਵਿੱਚ ਉਲਝ ਕੇ ਤੁਹਾਡੇ ਆਪਣੇ ਗਲ ਦੁਆਲੇ ਫਾਹਾ ਆ ਜਾਂਦਾ। ਉਹਨਾਂ ਨੇ ਬੜਿਆਂ ਨੂੰ ਫਾਹਾ ਦਿੱਤਾ ਤੇ ਉਹ ਮੁੜ ਕੇ ਸਾਰੀ ਜ਼ਿੰਦਗੀ ਤੁਸੀਂ ਵੋਟਾਂ ਲੈ ਕੇ MP MLA ਬਣਨ ਦੇ ਚੱਕਰ 'ਚ ਹੀ ਰਹਿ ਜਾਂਦੇ ਹੋ। ਤੁਹਾਡੇ ਸੁਪਨੇ ਉਹ ਜਾਂਦੇ ਨੇ ਕਿਸੇ ਪਾਸੇ। ਸੋ ਇਹ ਸਟਰਗਲ ਦਾ ਰਸਤਾ ਹੈ। ਸੈਂਟਰ ਦੀ ਜੋ ਪਾਲਿਸੀ ਆ ਉਹ ਸਾਰੀ ਜਿਸ ਤਰੀਕੇ ਦੇ ਨਾਲ ਚੱਲ ਰਹੀ ਆ, ਉਹ ਕਿਸੇ ਨੂੰ ਵੀ ਰਿਆਇਤ ਦੇਣ ਦੀ ਨਹੀਂ ਹੈ। ਉਹ ਸਾਰਿਆਂ ਨੂੰ ਇੱਕ ਰੰਗ 'ਚ ਰੰਗਣ ਦੀ ਆ ਤੇ ਉਹਦੇ ਨੁਕਤੇ ਤੋਂ ਤਾਂ ਬਿਲਕੁਲ ਹੀ ਤੁਹਾਡੇ ਸਾਹਮਣੇ ਸਟਰਗਲ ਖੜੀ ਆ। ਤੋ ਇਸ ਪਿੜ ਦੇ ਵਿੱਚ ਉਹਨਾਂ ਨੂੰ ਹੀ ਆਉਣਾ ਚਾਹੀਦਾ ਜਿਨ੍ਹਾਂ ਦੀਆਂ ਲੱਤਾਂ ਸਟਰਗਲ ਦਾ ਭਾਰ ਝੱਲਣ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਸਮਾਂ ਸ਼ਾਇਦ ਮੈਂ ਜ਼ਿਆਦਾ ਲੈ ਗਿਆ ਹੋਵਾਂ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।